ਦਨ ਸਿਮਰੋ ਅੰਗਦ ਦੁਖ ਦੋਖ ਨਿਕੰਦਨ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾਂ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਵਾਹਿਗੁਰੂ ਸਾਹਿਬ ਜੀਓ ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਸੰਮਤ ਦੁਐ ਕੇ ਹੋਏ ਗ੍ਰਾਮ ਬਡਾਲੀ ਕ੍ਰੀਡਤੇ ਪੇਖ ਹਰਖਤ ਸਭ ਕੋਏ ਇਸ ਪ੍ਰਕਾਰ ਸ੍ਰੀ ਸਤਿਗੁਰੂ ਸੰਮਤ ਦੁਐ ਕੇ ਹੋਏ ਗ੍ਰਾਮ ਬਡਾਲੀ ਕ੍ਰੀਡਤੇ ਪੇਖ ਹਰਖਤ ਸਭ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜ਼ਰਾ ਹਜ਼ੂਰ ਜਹਰਾ ਜਹੂਰ ਦੀਨਾ ਬੰਧੂ ਭਗਤ ਵਛਲ ਦਸ ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸੱਜ ਰਹੇ ਦੀਵਾਨ ਅੰਦਰ
ਖੁੱਲੇ ਦਰਸ਼ਨ ਦੀਦਾਰ ਕਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਆਪਾਂ ਆਪਣੇ ਨੇਤਰਾਂ ਨੂੰ ਸਫਲਿਆਂ ਕੀਤਾ ਹੈ। ਵੱਡੇ ਭਾਗਾਂ ਦੇ ਸਦਕਾ ਪਾਵਨ ਪਵਿੱਤਰ ਸਾਧ ਸੰਗਤ ਦੀਆਂ ਘੜੀਆਂ ਦਾ ਆਨੰਦ ਨਿਤਾ ਪ੍ਰਤੀ ਆਪ ਸਭ ਸੰਗਤਾਂ ਮਾਣਦੇ ਹੋ। ਜਿਨ ਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰ ਘਰ ਦੀ ਸੋਭਾ ਨਿਤਾ ਪ੍ਰਤੀ ਸ਼ਰਵਣ ਕਰਨ ਦਾ ਸੁਭਾਗ ਹੋ ਰਿਹਾ ਹੈ। ਜਥਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸ਼ਰਵਣ ਕੀਤਾ। ਪ੍ਰਿਥੀ ਚੰਦ ਬੀਬੀ ਕਰਮੋਂ ਜਿਹੜੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਅਵਤਾਰ ਧਾਰੇ ਧੰਨ ਧੰਨ ਸਾਹਿਬ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਅਵਤਾਰ ਧਾਰਨੇ ਕਾਰਨ ਬੜੇ ਦੁਖੀ ਹੁੰਦੇ, ਕਿਉਂਕਿ ਹਿਰਦੇ ਵਿੱਚ ਈਰਖਾ ਹੈ ਤੇ ਸਤਿਗੁਰਾਂ ਦੇ ਘਰ ਦੀ ਸੋਭਾ ਇਹਨਾਂ ਨੂੰ ਚੰਗੀ ਨਹੀਂ ਲੱਗਦੀ, ਖੁਸ਼ੀ ਚੰਗੀ ਨਹੀਂ ਲੱਗਦੀ। ਜਿਵੇਂ ਉਹ ਆਪਾਂ ਪਹਿਲਾਂ ਪ੍ਰਸੰਗਾਂ ਵਿੱਚ ਸ਼ਰਵਣ ਕੀਤਾ ਹੈ। ਇਹਨਾਂ ਫਿਰ ਇੱਕ ਦਾਈ ਨੂੰ ਹਜ਼ੂਰ ਦੇ ਘਰ ਭੇਜਿਆ ਸੀਗਾ ਤੇ ਜਿਵੇਂ ਉਹ ਅਸਥਨਾ ਨੂੰ ਜ਼ਹਿਰ ਲਾ ਕਰਕੇ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮਾਰਨ ਦੀ ਤਰਕੀਬ ਨੂੰ ਸਿਰੇ ਚੜਾਉਣ ਲੱਗੀ ਤੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਉਲਟਾ ਇਸੇ ਹੀ ਦਾਈ ਦਾ ਆਪਣੇ ਬਲ ਨਾਲ ਵਧ ਕਰ ਦਿੱਤਾ ਤੇ ਉਹਦੀ ਰੂਹ ਜੀ ਨੇ ਫਿਰ ਆਕਾਸ਼ ਵਿੱਚ ਜਾ ਕੇ ਸਾਰਾ ਪਰਦਾ ਖੋਲ੍ਹ ਦਿੱਤਾ ਸੀ ਵੀ ਮੇਰਾ ਦੋਸ਼ ਸਿਰਫ ਇੰਨਾ ਵੀ ਮੈਂ ਪਿਛਲੇ ਕਰਮ ਕੋਈ ਬੁਰਾ ਕੀਤਾ ਸੀ ਤੇ ਹੁਣ ਮੈਨੂੰ ਪ੍ਰੇਰ ਕੇ ਤਾਂ ਹੇ ਮਾਤਾ ਗੰਗਾ ਜੀ ਤੁਹਾਡੇ ਜੇਠ ਜਠਾਣੀ ਪ੍ਰਿਥੀ ਚੰਦ ਕਰਮੋਂ ਨੇ ਇੱਥੇ ਭੇਜਿਆ ਪ੍ਰੇਰ ਕੇ, ਲਾਲਚ ਦੇ ਕੇ ਤੁਹਾਡੇ ਦੁਸ਼ਮਣ ਹਨ। ਉਹ ਸਾਰੀ ਗੱਲ ਉਹਨੇ ਦੱਸ ਦਿੱਤੀ। ਸੁਣ ਕੇ ਮਾਤਾ ਗੰਗਾ ਜੀ ਬੜੇ ਹੈਰਾਨ ਹੁੰਦੇ ਹੈ। ਸੁਣਿਆ ਭਜਵਾਇਆ ਸਿੱਖ ਦੇ ਹੱਥ ਵੀ ਜਾਓ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਬੁਲਾ ਕੇ ਲਿਆਓ ਤੇ ਦੱਸਿਆ ਕਿ ਆ ਵੇਖੋ ਤੁਹਾਡੇ ਭਰਾਤਾ ਪ੍ਰਿਥੀ ਚੰਦ ਨੇ ਕੀ ਚੰਦ ਚਾੜਿਆ, ਅੱਜ ਦੀ ਲਾਸ਼ ਪਈ ਹੈ। ਇਹ ਉਸੇ ਪ੍ਰਿਥੀ ਚੰਦ ਤੇ ਬੀਬੀ ਕਰਮੋਂ ਦੀ ਪ੍ਰੇਰੀ ਹੋਈ ਸਾਡੇ ਪੁੱਤਰ ਨੂੰ ਜ਼ਹਿਰ ਦੇਣ ਵਾਸਤੇ ਦਾਈ ਆਈ ਸੀ। ਉਹ ਤਾਂ ਪਰਮੇਸ਼ਰ ਦਾ ਸ਼ੁਕਰ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਰੱਖਿਆ ਕੀਤੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸੁਣ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਸ਼ੁਕਰ ਕਰਦੇ ਹੋਏ ਆਸਾ ਰਾਗ ਅੰਦਰ ਸ਼ਬਦ ਉਚਾਰਿਆ, ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਾਇਆ ਜਨ ਕਾ ਪ੍ਰਤਾਪ। ਤੋ ਇਹ ਸ਼ਬਦ ਉਚਾਰਨ ਕਰਕੇ ਆਸਾ ਰਾਗ ਅੰਦਰ ਹਜ਼ੂਰ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਮਹਿਮਾ ਗਾਇਨ ਕੀਤੀ। ਹਰਗੋਬਿੰਦ ਸਾਹਿਬ ਦੀ ਰੱਖਿਆ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਆਪ ਕੀਤੀ ਹੈ। ਤੋ ਇਸ ਤਰ੍ਹਾਂ ਸੰਗਤਾਂ ਪ੍ਰਿਥੀ ਚੰਦ ਦੀ ਖੁਟਿਆਈ ਜਾਣ ਚੁੱਕੀਆਂ ਤੇ ਬੇਅੰਤ ਬੇਅੰਤ ਲਾਣਤਾਂ ਪਾਉਂਦੇ ਆ ਬੀਬੀ ਕਰਮੋਂ ਪ੍ਰਿਥੀ ਚੰਦ ਨੂੰ ਕਿ ਇਹਦੀ ਉਮਰ ਆ ਕੋ ਵੈਰ ਕੱਢਣ ਦੀ, ਜਿਹਦੇ ਨਾਲ ਵੈਰ ਕੱਢਣ ਲੱਗੇ ਹੋ। ਤੇ ਵੈਰ ਹੈ ਵੀ ਕਿ ਗੁਰੂ ਅਰਜਨ ਦੇਵ ਮਹਾਰਾਜ ਤਾਂ ਹੈ ਹੀ ਨਿਰਵੈਰ ਸਰੂਪ, ਇਹਨਾਂ ਨਾਲ ਕੀ ਵੈਰ ਪੂਰਾ ਕਰੋਗੇ। ਮਾੜੀ ਗੱਲ ਹੈ ਭਾਈ ਪ੍ਰਿਥੀ ਚੰਦ ਵਾਸਤੇ, 7 ਘਰ ਡੈਣ ਛੱਡ ਦਿੰਦੀ ਹੈ ਤੇ ਇਹ ਕਰਮੋਂ ਤੇ ਪ੍ਰਿਥੀ ਚੰਦ ਆਪਣੇ ਘਰ ਨੂੰ ਖੋਰਾ ਲਾਉਣ ਤੇ ਲੱਗੇ ਹੋਏ ਆ, ਆਪਦੀ ਕੁੱਲ ਵਿੱਚ ਹੀ ਕੁਕਰਮ ਕਮਾਉਂਦੇ ਆ। ਚਾਰੇ ਪਾਸੇ ਬੜੀ ਹੇਠੀ ਬਦਨਾਮੀ ਹੁੰਦੀ ਹੈ। ਇਸ ਤਰ੍ਹਾਂ ਦਾ ਪ੍ਰਸੰਗ ਕੁਝ ਸੁਣਿਆ ਫਿਰ ਧੰਨ ਮਾਤਾ ਗੰਗਾ ਜੀ ਥੋੜ੍ਹਾ ਸੁਚੇਤ ਰਹਿੰਦੇ ਹੈ। ਬਾਹਲੇ ਇਕੱਠ ਵਿੱਚ ਆਪਣੇ ਬਾਲਕ ਹਰਗੋਬਿੰਦ ਸਾਹਿਬ ਸਾਹਿਬਜ਼ਾਦੇ ਨੂੰ ਲਿਜਾਂਦੇ ਨਹੀਂ, ਉਸ ਤਰ੍ਹਾਂ ਵੀ ਥੋੜ੍ਹੇ ਚੁਕੰਨੇ ਰਹਿੰਦੇ ਹੈ।
ਨਿਗਾਹ ਰੱਖਦੇ ਆ ਬਹੁਤ ਬਹੁਤ, ਤੇ ਪੈਰਾਂ ਨੂੰ ਸਗਲੇ ਸੋਹਣੇ ਗਹਿਣੇ ਕੜਾ ਦਿੰਦੇ ਆ, ਵੰਨ ਸੁਵੰਨੇ ਵਸਤਰ ਪਹਿਨਾਉਂਦੇ ਆ। ਸੁੱਖ ਨਾਲ ਇੱਕੋ ਸਾਹਿਬਜ਼ਾਦਾ ਸਮੇਂ ਬਾਅਦ ਪ੍ਰਾਪਤ ਹੋਇਆ। ਇੱਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਜਿਵੇਂ 8-10 ਮਹੀਨੇ ਦਾ ਬਾਲਕ ਰਿੜਨ ਲੱਗ ਜਾਂਦਾ, ਰਿੜਦੇ ਆ, ਕਦੇ ਵਿਹੜੇ ਵਿੱਚ ਇਸ ਪਾਸੇ ਤੁਰ ਜਾਂਦੇ ਆ, ਕਦੇ ਇੱਕ ਪਾਸੇ ਤੁਰ ਜਾਂਦੇ ਆ, ਤੇ ਵੱਡੇ ਉਮਰ ਦੇ ਸਿੱਖ ਜਦੋਂ ਆ ਕੇ ਬੁਲਾਉਂਦੇ ਆ, ਫਿਰ ਉਹ ਗੋਡਿਆਂ ਭਾਰ ਜੇ ਬਹਿ ਜਾਂਦੇ ਆ। ਉਹ ਤਾਂ ਉਹਨੂੰ ਵੇਖ ਵੇਖ ਉਹ ਨਾਲ ਹੱਸਦੇ ਆ। ਸਿੱਖ ਦਰਸ਼ਨ ਕਰ ਕਰਕੇ ਨਿਹਾਲ ਹੋਈ ਜਾਂਦੇ ਆ। ਤੋ ਇਸ ਤਰ੍ਹਾਂ ਦੀ ਬੇਅੰਤ ਬੇਅੰਤ ਮਹਿਮਾ ਕਵੀ ਦੀਆਂ ਉਹ ਜਣਾਈ ਹੈ। ਕਦੇ ਦੰਦਾਂ ਨੂੰ, ਹੋਠਾਂ ਨੂੰ ਮੂੰਗੇ ਦੇ ਡੱਬੇ ਵਿੱਚ 2 ਮੋਤੀਆਂ ਦਾ ਦਰਜਾ ਦਿੰਦੇ ਆ, ਚਰਨਾਂ ਨੂੰ ਕਮਲਾਂ ਦਾ ਦਰਜਾ ਦਿੰਦੇ ਆ। ਬਲਿਹਾਰ ਬਲਿਹਾਰ ਸਦਕੇ ਸਦਕੇ ਜਾਂਦੇ ਕਵੀ ਸੰਤੋਖ ਸਿੰਘ ਸਾਹਿਬ ਜੀ। ਕਹਿੰਦੇ ਆ ਹਰਗੋਬਿੰਦ ਸਾਹਿਬ ਮਹਾਰਾਜ ਤਾਂ ਗਿਆਨ ਦੀ ਮੂਰਤ ਹੈ, ਸ਼ਾਂਤੀ ਦਾ ਸਰੂਪ ਹਨ, ਸੁੱਖਾਂ ਦੇ ਦਾਤੇ ਹੈ, ਗੁਰੂ ਗਰੀਬ ਨਵਾਜ, ਸਾਰੇ ਸੰਸਾਰ ਦੇ ਰੱਖਿਆ ਕਰਨ ਵਾਸਤੇ ਅਵਤਾਰ ਧਾਰਿਆ ਹੈ। ਐਸੀ ਕੁਝ ਮਹਿਮਾ ਦਾ ਪ੍ਰਸੰਗ ਆਪਾਂ ਕੱਲ੍ਹ ਸਰਵਣ ਕੀਤਾ। ਅੱਗੇ ਸਤ ਸੰਗਤ ਜੀ, ਸਾਪ ਕੁੰਚ ਛੋੜੈ ਬਿਖ ਨਹੀਂ ਛਾੜੈ। ਸੱਪ ਜ਼ਹਿਰ ਉਹ ਨਹੀਂ ਛੱਡਦਾ, ਕੁੰਜ ਲਾ ਦਿੰਦਾ, ਜਾਂ ਕੁੰਜ ਲਾਉਣ ਨਾਲ ਤਾਂ ਸੱਪ ਦਾ ਜ਼ਹਿਰ ਦੂਰ ਨਹੀਂ ਨਾ ਹੁੰਦਾ। ਤੇ ਪ੍ਰਿਥੀ ਚੰਦ ਤੇ ਬੀਬੀ ਕਰਮੋਂ ਇਹ ਟਲੇ ਥੋੜ੍ਹਾ, ਫਿਰ ਮੌਕਾ ਲੱਭਦੇ ਆ। ਤਾਂ ਉਹ ਜਿਵੇਂ ਮੌਕਾ ਮਿਲਿਆ ਉਹ ਵਿਚਾਰ ਕੀਤੀ ਵੀ ਸੱਪ ਛਡਵਾ ਦਿੰਦੇ, ਘਰ ਵਿੱਚ ਰਿੜਦੇ ਆ ਜਾਂ ਤੁਰਦੇ ਮਾੜਾ ਮੋਟਾ ਬੱਚੇ ਥੱਲੇ, ਜਿਵੇਂ ਉਹ ਖੁੱਡਾਂ ਕੌਲਿਆਂ ਵਿੱਚ ਹੱਥ ਮਾਰਨ ਦਾ ਸੁਭਾਅ ਹੁੰਦਾ ਬੱਚਿਆਂ ਦਾ, ਵੀ ਲੜ ਲੁੜ ਕੇ ਸੱਪ ਤੇ ਨਾ ਸਾਡਾ ਨਾਂ ਲੱਗੇਗਾ ਤੇ ਬਹਾਨਾ ਬਣ ਕੇ ਹਰਗੋਬਿੰਦ ਸਾਹਿਬ ਮਹਾਰਾਜ ਚੜ੍ਹਾਈ ਕਰ ਜਾਣਗੇ। ਇਹ ਵਿਚਾਰ ਕਰਕੇ ਫਿਰ ਜਿਵੇਂ ਸਪੇਰੇ ਨੂੰ ਲਾਲਚ ਦੇ ਕਰਕੇ ਘਰ ਵਿੱਚ ਸੱਪ ਛਡਾਇਆ ਵਡਾਲੀ, ਉਹ ਅੱਜ ਕਥਾ ਆਵੇਗੀ ਜਿਵੇਂ ਆਉਂਦੀ ਆਪਾਂ ਸੁਣੀਏ ਜੀ। ਧੰਨ ਧੰਨ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੌਤਕਾਂ ਨੂੰ ਹਿਰਦੇ ਵਸਾਓ। ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਪ੍ਰਕਾਰ ਸ਼੍ਰੀ ਸਤਿਗੁਰੂ। ਤੋ ਕਵੀ ਜੀ ਅੱਗੇ ਪ੍ਰਸੰਗ ਤੋਰਦੇ ਹੈ। ਸਮਾਂ ਬੀਤਦਾ ਗਿਆ, ਇਸੇ ਤਰ੍ਹਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੰਮਤ ਦੁਐ ਕੇ ਹੋਏ। 2 ਵਰਿਆਂ ਦੇ ਉਮਰ ਹਜ਼ੂਰ ਦੀ ਹੋ ਗਈ ਹੈ। ਸਰੀਰ 2 ਵਰਿਆਂ ਦਾ ਹੋ ਚੁੱਕਾ ਹੈ ਸੀ। ਗ੍ਰਾਮ ਵਡਾਲੀ ਕ੍ਰੀਡਤੇ। ਤੇ ਛੋਟਾ ਜਿਹਾ ਨਗਰ ਜਿਹੜਾ ਵਡਾਲੀ ਸਾਹਿਬ ਹੈ, ਇੱਥੇ ਆਪਣੀ ਕਿਰਿਆ ਕਰਦੇ ਹੈ ਪਰਮੇਸ਼ਰ। ਤੇ ਵਡਾਲੀ ਪਿੰਡ ਦੇ ਵਿੱਚ, ਨਗਰ ਦੇ ਵਿੱਚ ਜਿਵੇਂ ਪਰਮੇਸ਼ਰ ਬੱਚਿਆਂ ਵਾਲੀ ਕਿਰਿਆ ਕਰਨ ਤੇ ਅਵਤਰਿਆ ਹੋਇਆ ਤੇ ਬਹੁਤ ਸੋਭਾ ਪਾਉਂਦੇ ਆ। ਵੇਖ ਹਰਖਤ ਸਭ ਕੋਏ। ਤੇ ਬਾਲਕ ਅਵਸਥਾ ਵਿੱਚ ਹਜ਼ੂਰ ਨੂੰ ਕਿਰਿਆ ਕਰਦਿਆਂ ਵੇਖ ਕੇ ਸਾਰੇ ਖੁਸ਼ ਹੁੰਦੇ ਆ। ਸਭਈਆ ਪ੍ਰਿਥੀਏ ਪੁਨ ਪ੍ਰੇਰਨ ਕੀਨ। ਉਹ ਕਵੀ ਜੀ ਕਹਿੰਦੇ ਫਿਰ ਸਮਾਂ ਆਇਆ, ਪ੍ਰਿਥੀ ਚੰਦ ਮੌਕਾ ਲੱਭਦਾ ਸੀ, ਉਹ ਮੌਕਾ ਮਿਲਿਆ। ਗਲੀ ਵਿੱਚੋਂ ਕੋਈ ਸਪੇਰਾ ਲੰਘਿਆ ਜਾਂਦਾ ਸੀ, ਜਾਂ ਜਿਹੜੇ ਸੱਪ ਫੜਨੇ ਜੋਗੀ ਕਹੋ, ਸਪੇਰਾ ਕਹੋ। ਤੇ ਇਹ ਪ੍ਰਿਥੀ ਚੰਦ ਨੇ ਵੇਖ ਕੇ ਉਹਨੂੰ ਤੇ ਮਨ ਵਿੱਚ ਵਿਚਾਰ ਆ ਗਈ ਵੀ ਐਂ ਕਰ ਲਈਏ, ਇਹਦੇ ਤੋਂ ਸੱਪ ਲੜਵਾ ਦਿੰਨੇ ਆ। ਉਹਨੂੰ ਆਪਣੇ ਪਾਸ ਆਵਾਜ਼ ਮਾਰੀ ਹੈ। ਦਇਓਸ ਵਿਖੈ ਇੱਕ ਆਇਸ ਪਹਿਲਾ। ਤੇ ਉਹ ਜਿਹੜਾ ਹੈ ਸਪੇਰੇ ਨੂੰ ਗੰਢ ਤੁੱਪ ਕਰਕੇ ਕੋ ਮਾਇਆ ਦਿੱਤੀ ਤੇ ਆਖਿਆ, ਸਮਝਾ ਦਿੱਤਾ ਵੀ ਵਡਾਲੀ ਦੇ ਵਿੱਚ ਤੈਨੂੰ ਇੱਕ ਕੰਮ ਕਰਕੇ ਆਉਣਾ ਪਏਗਾ, ਵੀ ਚੰਗਾ ਮੋਟਾ ਤਗੜਾ ਜ਼ਹਿਰੀਲਾ ਸੱਪ ਪਕੜ ਕੇ ਤੇ ਉਹ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਵਿੱਚ ਤੂੰ ਛੱਡਣਾ। ਅੱਗੋਂ ਸੱਪ ਆਪਦਾ ਕੰਮ ਆਪੇ ਕਰ ਲਵੇਗਾ। ਇਸ ਤਰ੍ਹਾਂ ਨੂੰ ਮਾਇਆ ਦੇ ਕੇ ਖਰੀਦਿਆ। ਤੇ ਕਹਿੰਦੇ ਇੱਕ ਦਿਨ ਉਹ ਸਪੇਰਾ ਫਿਰ ਪ੍ਰਿਥੀ ਚੰਦ ਦਾ ਪ੍ਰੇਰਿਆ ਹੋਇਆ ਵਡਾਲੀ ਵਿੱਚ ਆਣ ਪਹੁੰਚਿਆ ਹੈ। ਵੱਡ ਨਗ ਤਜਿਓ ਸਭ ਤੇ ਦੁਰ ਕੈ। ਤੇ ਸਾਰਿਆਂ ਤੋਂ ਲੁਕ ਛੁਪ ਕੇ ਨਾ ਬਚਾ ਕੇ, ਅੱਖ ਬਚਾ ਕੇ ਵੇਖ ਕੇ ਆਸਾ ਪਾਸਾ ਬੜਾ ਭਾਰੀ ਕਾਲਾ ਸ਼ਾਹ ਨਾਗ ਜਿਹੜਾ
ਧੰਨ ਮਾਤਾ ਗੰਗਾ ਦੇ ਘਰ ਵਿੱਚ ਛੱਡ ਦਿੱਤਾ ਹੈ। ਸੋ ਪ੍ਰਵੇਸ਼ ਪਇਓ ਕਰ ਅੰਤਰ ਪਹਿਲਾ। ਤੇ ਉਹ ਭਿਆਨਕ ਨਾਗ ਜਿਹੜਾ ਵੈ ਸਿੱਧਾ ਜਿਹੜਾ ਰੀਂਗਦਾ ਹੋਇਆ ਤੇ ਮਹਾਰਾਜ ਦੇ ਸਤਿਗੁਰਾਂ ਦੇ ਘਰ ਨੂੰ ਜਾ ਵੜਿਆ ਹੈ। ਨਹਿ ਮਾਤ ਉਛੰਗ ਟਿਕੈ ਹਰ ਗੋਬਿੰਦ। ਇਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੱਗੇ ਤਾਂ ਕੁਛੜ ਕਿਤੇ ਚੜੇ ਰਹਿੰਦੇ ਆ ਮਾਤਾ ਗੰਗਾ ਜੀ ਦੇ, ਤੇ ਮਹਾਰਾਜ ਨੇ ਹੁਣ ਇਹਦਾ ਵੀ ਉਧਾਰ ਕਰਨਾ ਹੈ, ਕਿਉਂਕਿ ਸੱਚੇ ਪਾਤਸ਼ਾਹ ਦਾ ਅਵਤਾਰ ਹੀ ਪਾਪੀਆਂ ਸਰਾਪਿਆਂ ਹੋਇਆਂ ਦਾ ਅਵਤਾਰ ਕਰਨ ਨੂੰ ਹੋਇਆ। ਤੇ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਅੱਜ ਕੁਛੜ ਨਹੀਂ ਟਿਕਦੇ ਮਾਤਾ ਦੇ, ਰੋਣ ਲੱਗ ਜਾਂਦੇ ਆ, ਮਾਤਾ ਹੇਠਾਂ ਉਤਾਰ ਦੇਣ ਖੁਸ਼ ਹੋ ਜਾਂਦੇ ਆ। ਉਸ ਤਰ੍ਹਾਂ ਮਾਤਾ ਜੀ ਵੀ ਡਰਦੇ ਆ, ਕਈ ਵਾਰੀ ਫੇਰ ਜ਼ਿਆਦਾ ਆਪਣੇ ਕੁਛੜੀ ਚੜਾ ਕੇ ਰੱਖਦੇ ਮੋਢੇ ਲਾ ਕੇ, ਤੇ ਅੱਗੇ ਪਿੱਛੇ ਇਸ ਤਰ੍ਹਾਂ ਚੜੇ ਰਹਿੰਦੇ ਆ। ਪਰ ਅੱਜ ਜਦੋਂ ਮਾਤਾ ਚੁੱਕਦੇ ਆ ਫੇਰ ਰੋਣ ਲੱਗ ਜਾਂਦੇ ਆ, ਜਦੇ ਚੁੱਕਦੇ ਆ ਫਿਰ ਰੋਣ ਲੱਗ ਜਾਂਦੇ ਆ। ਬਹੁਤਾ ਮਾਤਾ ਦੇ ਮੋਢੇ ਨਹੀਂ ਚੜ੍ਹਦੇ ਆ। ਰੂਪ ਬਿਲੰਦ ਆਨੰਦ ਦੇ ਛੈਲਾ। ਹਾਂ, ਇਹ ਸੱਚੇ ਪਾਤਸ਼ਾਹ ਦਾ ਸਰੂਪ ਆਨੰਦ ਦਾ ਘਰ ਹੈ, ਤੇ ਬੇਅੰਤ ਆਨੰਦਾਂ ਦਾ ਸ਼ੈਲਾ ਕਹੀਏ ਘਰ ਹੈ। ਬਹੁਤ ਆਨੰਦਾਂ ਦੇ ਸਹਿਤ ਹਜ਼ੂਰ ਦਾ ਪਾਵਨ ਪਵਿੱਤਰ ਬਾਲ ਸਰੂਪ ਹੈ। ਚਿਤ ਚਾਹਤ ਹੈ ਤਿਸ ਜੀਵ ਉਧਾਰਨ। ਗਰੀਬ ਨਵਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਤਾਂ ਮਾਤਾ ਦੇ ਕੁਛੜ ਨਹੀਂ ਟਿਕਦੇ, ਕਿਉਂਕਿ ਮਹਾਰਾਜ ਚਾਹੁੰਦੇ ਆ ਵੀ ਅੱਜ ਇੱਕ ਹੋਰ ਪਾਪੀ ਦਾ ਉਧਾਰ ਕਰ ਦਈਏ, ਜਿਹੜਾ ਕਈ ਜਨਮਾਂ ਦਾ ਧੱਕੇ ਖਾਂਦਾ ਫਿਰਦਾ ਸੱਪ ਜੂਨੀ ਵਿੱਚ ਕਈ ਸਾਲਾਂ ਤੋਂ। ਅੱਜ ਇੱਕ ਹੋਰ ਕਲਯੁਗ ਸਤਯੁਗ ਦੇ ਸਰਾਪੇ ਹੋਏ ਪਾਪੀ ਦਾ ਉਧਾਰ ਕਰਨਾ ਹੈ। ਇਹ ਮਹਾਰਾਜ ਮਨ ਵਿੱਚ ਵਿਚਾਰਦੇ ਆ। ਹਵੈ ਗੁਡਲੀ ਮਿਸ ਖੇਲਤ ਖੇਲਾ। ਤੇ ਮਹਾਰਾਜ ਗੋਡਿਆਂ ਪਾਰ ਹੋ ਕਰਕੇ ਨਾ, ਜਿਵੇਂ ਬਾਲਕ ਦੋ ਪੈਰ ਦੋ ਹੱਥ ਲਾ ਕਰਕੇ ਰਿੜਦੇ ਐ, ਐਂ ਗੋਡੇ ਭਾਰ ਹੋ ਕਰਕੇ ਤੇ ਕਿਰਿਆ ਕਰ ਰਹੇ ਐ, ਖੇਲ ਮਚਾ ਰਹੇ, ਚੀਕਾਂ ਕੂਕਾਂ ਰੌਲਾ ਪਾਉਂਦੇ ਆ, ਰਿੜਦੇ ਆ। ਸ਼ਿਆਮ ਭੁਜੰਗ ਫਿਰੈ ਖੁਦ ਖੋਜਤ। ਤੇ ਇਧਰ ਅਜੇ ਛੱਡਿਆ ਜਿਹੜਾ ਸੱਪ ਹੈ ਜੋਗੀ ਵੱਲੋਂ, ਉਹ ਖੁੱਡ ਲੱਭਦਾ, ਤੇ ਜਿਵੇਂ ਉਹ ਸਮਾਨ ਦੇ ਹੇਠਾਂ ਤੁਰਿਆ ਫਿਰਦਾ ਹੈ, ਇਸ ਤਰ੍ਹਾਂ ਉਹ ਆਪਣਾ ਸਥਾਨ ਟਿਕਾਣਾ ਖੁੱਡ ਪ੍ਰਾਪਤ ਕਰਨ ਵਾਸਤੇ ਲੱਭ ਰਿਹਾ ਹੈ। ਪਾਵਤ ਹੈ ਨਾ ਛਪੈ ਜੇ ਸਮਾਹੀ। ਤੇ ਥਾਂ ਮਹਾਰਾਜ ਦੇ ਘਰ ਵਿੱਚ ਪੱਕਾ ਸੀ, ਤੇ ਸਫਾਈ ਹੋਣ ਕਰਕੇ ਕੋਈ ਥਾਂ ਲੁਕਣ ਵਾਸਤੇ ਉਹ ਸੱਪ ਨੂੰ ਲੱਭ ਨਹੀਂ ਰਿਹਾ ਹੈ। ਮਾਤ ਕੀ ਡੀਠ ਲੱਗੀ ਕਿਤ ਔਰ। ਇਧਰ ਧੰਨ ਮਾਤਾ ਜੀ ਦੀ ਨਿਗਾਹ ਜਿਹੜੀ ਹੈ ਨਾ, ਉਹ ਕਿਤੇ ਹੋਰ ਪਾਸੇ ਲੱਗੀ ਹੋਈ। ਉਸ ਤਰ੍ਹਾਂ ਮਾਤਾ ਜੀ ਵਸਾ ਨਹੀਂ ਖਾਂਦੇ, ਪਰ ਵਿਧੀ ਕੋਈ ਇਹੋ ਜਿਹੀ ਬਣ ਗਈ, ਮਾਤਾ ਜੀ ਕਿਤੇ ਕਿਸੇ ਹੋਰ ਨਾਲ ਗੱਲੀ ਦਾਸੀਆਂ ਦੇ ਨਾਲ ਲੱਗੇ ਹੋਏ ਆ। ਸੋ ਦਾਸਣ ਕਾਰਜ ਕੋ ਬਤਰਾਹੀ। ਕੋਈ ਦਾਸੀਆਂ ਨੂੰ ਕੰਮਕਾਰ ਦੱਸਦੇ ਪਏ ਵੀ ਸੇਵਾ ਜਿਹੜੀ ਕੁਝ ਰਹਿੰਦੀ ਉਹ ਇਸ ਤਰ੍ਹਾਂ ਕਰ ਲਓ, ਤੇ ਉਹ ਸਮਾਨ ਸਾਂਭਣ ਬਾਬਤ ਮਾਤਾ ਜੀ ਸਾਰੀਆਂ ਦਾਸੀਆਂ ਨੂੰ ਸਮਝਾ ਰਹੇ ਆ। ਉਧਰ ਧਿਆਨ ਲੱਗਿਆ ਹੈ। ਜਾਏ ਕੇ ਬੇਗ ਸਮੇਤ ਤਬੈ। ਤੇ ਇਧਰ ਬੜੀ ਤੇਜ਼ੀ ਦੇ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਰਿੜਦੇ ਹੋਏ। ਗਹਿ ਲੀਣ ਸੁਹਾਥ ਬਿਖੈ ਤਨ ਮਤਾਹੀ। ਉਹ ਜਿਹੜਾ ਸੱਪ ਖੁੱਡ ਲੱਭਦਾ ਫਿਰਦਾ ਨਾ, ਡੰਗ ਮਾਰਨ ਵਾਸਤੇ ਭੇਜਿਆ ਪ੍ਰਿਥੀ ਚੰਦ ਨੇ, ਪ੍ਰੇਰ ਕੇ ਸਪੇਰੇ ਨੂੰ ਛਡਵਾਇਆ, ਤੇ ਰਿੜਦੇ ਹੋਏ ਹਜ਼ੂਰ ਨੇ ਮਾਤਾ ਦੇ ਕੁਛੜੋਂ ਉਤਰਦਿਆਂ ਸਾਰੀ ਦੌੜ ਕੇ ਗੋਡਿਆਂ ਭਾਰ ਤੇ ਜਾ ਨੂੰ ਲੱਕ ਤੋਂ ਪਕੜਿਆ ਹੈ। ਫੁੰਕਰ ਤੋ ਟਸ ਬੇਤ ਭਜ ਬੇਹਿਤ। ਤੇ ਉਹ ਸੱਪ ਹੱਥ ਜਿਹੜਾ ਮਹਾਰਾਜ ਦੇ ਆਇਆ ਹੋਇਆ, ਉਹ ਤੇ ਤਗੜਾ ਮੋਟਾ ਚੰਗਾ, ਤੇ ਭੱਜਣ ਦੀ ਕੋਸ਼ਿਸ਼ ਕਰਦਾ ਹੈ, ਕਦੇ ਫੁਕਾਰੇ ਮਾਰਦਾ ਤੇ ਡੰਗ ਮਾਰਨ ਨੂੰ ਪੈਂਦਾ ਹੈ। ਜੋਰ ਕਟਿਓ ਪੈ ਛੁਟਿਓ ਕਰ ਨਾਹੀ। ਤੇ ਬੜਾ ਜ਼ੋਰ ਮਾਰਦਾ, ਫੁਕਾਰੇ ਮਾਰਦਾ, ਡੰਗ ਮਾਰਨ ਨੂੰ ਪੈਂਦਾ, ਤੇ ਜ਼ੋਰ ਤਾਂ ਬਹੁਤ ਪਾਉਂਦਾ, ਪਰ ਸੱਚੇ ਪਾਤਸ਼ਾਹ ਦੇ ਹੱਥੋਂ ਛੁੱਟ ਨਹੀਂ ਰਿਹਾ ਹੈ। ਸੀਸ ਦਬਾਏ ਕੈ ਫੇਸ ਦਿਓ। ਤੇ ਜਦੋਂ ਮੁੜ ਕੇ ਸੱਪ ਦਾ ਸੁਭਾਅ ਹੁੰਦਾ ਨਾ, ਜਦੋਂ ਕੋਈ ਪੂਛ ਤੇ ਪੈਰ ਰੱਖਿਆ ਜਾਵੇ, ਮਹਾਰਾਜ ਨੇ ਪੂਛ ਵਾਲੇ ਪਾਸਿਓਂ ਫੜਿਆ ਸੀ, ਇੱਕੋ ਵਾਰੀ ਮੁੜ ਕੇ ਹਜ਼ੂਰ ਨੂੰ ਜਦੋਂ ਡੰਗ ਮਾਰਨ ਪਿਆ, ਤੇ ਇੱਕੇ ਵਾਰਾ ਡੰਗ ਮਾਰਦੇ ਦੀ ਹਜ਼ੂਰ ਨੇ ਅੱਗੋਂ ਸਿਰ ਫੜ ਲਿਆ, ਉਹਦਾ ਸਿਰ ਫੜ ਕੇ ਤੇ ਗੂਠੇ ਦੇ ਨਾਲ ਨੱਪ ਕੇ ਫੇਰ ਦਿੱਤਾ ਹੈ। ਬਹੁ ਦੀਰਘ ਸੋ ਉਲਟਿਓ ਬਲ ਖਾਏ। ਤੇ ਬੜਾ ਭਾਰੀ ਬਲ ਵਾਲਾ ਜਿਹੜਾ ਸੱਪ ਡੰਗਣ ਵਾਸਤੇ ਹਜ਼ੂਰ ਨੂੰ ਆਇਆ, ਉਲਟਾ ਕੇ ਫੇਹ ਕੇ ਮਾਰਨੇ ਗੂਠੇ ਦੀ ਦਾਬ ਦੇ ਨਾਲ, ਤੇ ਮਾਰ ਕੇ ਲੱਦ ਕੇ ਸੁੱਟ ਦਿੱਤਾ ਹੈ। ਲਾਂਗੋਲ ਕੋ ਪਟਕਾਏ ਮਰਿਓ ਤਬ। ਤੇ ਫਿਰ ਉਹ ਮਹਾਰਾਜ ਨੇ ਪਿੱਛੋਂ ਪੂਛ ਤੋਂ ਪਕੜ ਕੇ ਨਾ, ਜਿਵੇਂ ਧੋਬੀ ਪਲਟਾ ਮਾਰ ਕੱਪੜੇ ਧੋਂਦੇ, ਦੇ ਪਟਕਾ ਕੇ ਫਰਸ਼ ਨਾਲ ਮਾਰ ਕੇ ਖਿਲਾਰ ਦਿੱਤਾ ਹੈ। ਤਾਂ ਦੇਸ਼ ਮਾਤ ਨੇ ਨੈਣ ਲਗਾਏ। ਤੇ ਜਦੋਂ ਮਹਾਰਾਜ ਫਰਸ਼ ਤੇ ਮਾਰਦੇ ਆ ਨਾ, ਟਕਾ ਕੇ ਘੁਮਾ ਕੇ,
ਤੇ ਉਹ ਆਵਾਜ਼ ਤਾਂ ਆਉਣੀ ਉਹ ਹੈ, ਪਟਾਕਾ ਪੈਂਦਾ ਜਦੋਂ ਇਹਦੇ ਸਰੀਰ ਦੇ ਪੁਰਜੇ ਖਿਲਰਦੇ ਆ। ਤੇ ਧੰਨ ਮਾਤਾ ਗੰਗਾ ਜੀ ਦੀ ਫਿਰ ਆਵਾਜ਼ ਸੁਣ ਕੇ ਨਿਗਾਹ ਪਈ ਇੱਧਰ, ਵੇਖਿਆ ਜਦੇ ਭੈ ਕਾਰ ਭੀਤ ਪਈ ਟਿਗ ਤਾਏ ਤੇ ਕੈ। ਧੰਨ ਮਾਤਾ ਜੀ ਸੱਪ ਨੂੰ ਹੱਥ ਵਿੱਚ ਫੜਿਆ ਵੇਖ ਕੇ ਤੇ ਇੱਕੋ ਵਾਰੀ ਤਰਬਕ ਗਏ ਉੱਠੇ ਐ, ਤੇ ਭੈ ਭੀਤ ਹੁੰਦੇ ਹੋਏ ਭੱਜ ਕੇ ਦੌੜੇ ਐ। ਸ਼੍ਰੀ ਹਰਗੋਬਿੰਦ ਦੀਨ ਬਗਾਏ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਮਾਤਾ ਨੂੰ ਆਪਦੇ ਵੱਲ ਆਉਂਦਿਆਂ ਵੇਖ ਕੇ ਇਹ ਸੱਪ ਨੂੰ ਮਾਰ ਕੇ ਵਗਾ ਕੇ ਪਰੇ ਸੁੱਟ ਦਿੱਤਾ ਹੈ। ਦੂਰ ਪਰਿਓ ਅੰਮ੍ਰਿਤ ਭੋਗ ਪਸਾਰ ਕੈ। ਕਹਿੰਦੇ ਬਹੁਤ ਭਾਰੀ ਇਹ ਸੱਪ ਮੂੰਹ ਅੱਡ ਕੇ ਤੇ ਦੂਰ ਪਿਆ ਹੋਇਆ ਸਿੱਟ ਦਿੱਤਾ ਹਜ਼ੂਰ ਨੇ। ਪੂਰ ਭਯੰਕਰ ਹਵੈ ਸਰ ਲਾਏ। ਕਹਿੰਦੇ ਜਿਹੜਾ ਹੈ ਸੀ ਨਾ ਬਹੁਤ ਭਿਅੰਕਰ ਸੱਪ, ਕਾਫੀ ਤਗੜਾ ਤੇ ਜ਼ਹਿਰ ਵਾਲਾ, ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਮਾਰਿਆ ਹੋਇਆ ਮੂੰਹ ਅੱਡ ਕੇ ਪਿਆ ਹੋਇਆ ਤੇ ਸਰਲ ਕਰ ਦਿੱਤਾ। ਭਾਵ ਮਹਾਰਾਜ ਨੇ ਫਰਸ਼ ਤੇ ਮਾਰ ਮਾਰ ਕੇ ਨਾ ਉਹ ਵਲਵੁਲ ਜੇ ਸਾਰੇ ਹੀ ਇਹਦੇ ਕੱਢ ਦਿੱਤੇ, ਡਾਂਗ ਵਾਂਗੂ ਸਿੱਧਾ ਕਰ ਦਿੱਤਾ ਹੈ। ਮਾਤ ਨੇ ਜਾਏ ਉਛੰਗ ਲੀਏ। ਧੰਨ ਮਾਤਾ ਗੰਗਾ ਜੀਆਂ ਡਰਦਿਆਂ ਹੋਇਆਂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਡਰ ਕੇ ਕੁਛੜ ਚੁੱਕ ਲਿਆ ਹੈ। ਬਿਸਮਾਏ ਰਹੀ ਸਭ ਦੇਖਤ ਕਾਇਆ। ਤੇ ਸਾਰਾ ਉਹ ਵੇਖ ਕੇ ਇੱਕੋ ਵਾਰੀ ਮਾਹੌਲ ਕੌਤਕ ਵੇਖ ਕੇ, ਘਟਨਾ ਵੇਖ ਕੇ ਧੰਨ ਮਾਤਾ ਜੀ ਬੜੇ ਹੈਰਾਨ ਹੋ ਗਏ ਐ। ਡੰਗ ਹਤਿਓ ਨਹਿ ਹੋਏ ਪਰਿਓ ਅੰਮ੍ਰਿਤ। ਤੇ ਸਰੀਰ ਵੇਖਦੇ ਆ ਹਰਗੋਬਿੰਦ ਸਾਹਿਬ ਮਹਾਰਾਜ ਦਾ ਵੀ ਕਿਤੇ ਸਾਡੇ ਸਾਹਿਬਜ਼ਾਦੇ ਨੂੰ ਇਸ ਭਿਆਨਕ ਨਾਗ ਨੇ ਡੰਗ ਨਾ ਮਾਰ ਦਿੱਤਾ ਹੋਵੇ ਜਿਹੜਾ ਇਹਨਾਂ ਨੇ ਸੱਪ ਮਾਰ ਦਿੱਤਾ ਹੈ। ਹੁਣ ਵੇਖੀਏ ਵੀ ਕਿਤੇ ਸਾਹਿਬਜ਼ਾਦੇ ਦੇ ਡੰਗ ਨਹੀਂ ਮਾਰ ਦਿੱਤਾ ਇਸ ਨੇ। ਸ਼੍ਰੀ ਗੁਰੂ ਨਾਨਕ ਆਨੰਦ ਬਚਾਇਆ। ਤੇ ਸ਼ੁਕਰਾਨਾ ਕਰਦੇ ਜਦੋਂ ਨਾ ਡੰਗ ਕਿਤੇ ਨਿਸ਼ਾਨ ਦਿਸਿਆ ਸਰੀਰ ਤੇ, ਆਂਦੇ ਆ ਸ਼ੁਕਰ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਫਿਰ ਰੱਖਿਆ ਕੀਤੀ ਬਾਲਕ ਦੀ। ਅੰਗਨ ਤੇ ਅੰਮ੍ਰਿਤ ਕਾ ਪਟ ਪਹੁੰਚਤ। ਤੇ ਫਿਰ ਅੰਗਾਂ ਨੂੰ ਮਿੱਟੀ ਲੱਗੀ ਹੋਈ ਸੀ, ਧੂੜ ਜੀ, ਉਹ ਕੱਪੜੇ ਦੇ ਨਾਲ ਮਾਤਾ ਜੀ ਪੂੰਝ ਰਹੇ ਆ। ਧੀਰਜ ਤੇ ਮਨ ਫੇਰ ਟਿਕਾਇਆ। ਤੇ ਬੜਾ ਧੀਰਜ ਜਿਹਾ ਕਰਕੇ ਮਨ ਆਪਦਾ ਟਿਕਾਉਣਾ ਕੀਤਾ ਡਰਨ ਤੋਂ। ਹੌਲ ਰਹਿਓ ਔਰ ਰਾਰ ਭਰਿਓ। ਤੇ ਮਾਤਾ ਜੀ ਨੂੰ ਹੌਲ ਪੈਂਦੇ ਐ ਤੇ ਇੱਧਰ ਰੌਲਾ ਪੈ ਗਿਆ, ਜਾਂ ਮਾਤਾ ਜੀ ਜਦੋਂ ਉੱਚੀ ਬੋਲੇ ਐ ਵੀ ਇਹ ਕੀ ਕਰਦੇ ਹੋ ਤੁਸੀਂ, ਜਾਂ ਇੱਕੋ ਵਾਰੀ ਭੁਬਕ ਨਿਕਲੀ ਐ ਭੈ ਕਰਕੇ ਬਾਲਕ ਦੇ ਡੰਗ ਵੱਜਣ ਤੋਂ ਵੀ ਕਿਤੇ ਸੱਪ ਨੇ ਡੰਗ ਨਾ ਮਾਰਿਆ ਹੋਵੇ। ਤੋ ਰੌਲਾ ਪੈਂਦਾ ਵੇਖ ਕੇ ਸੰਗਤਾਂ ਆ ਗਈ, ਸਭ ਪਾਸੇ ਰੌਲਾ ਪੈ ਗਿਆ ਹੈ। ਉਨ ਦੌਰਤ ਆਵਤ ਦਾਸ ਨਿਕਾਇਆ। ਤੇ ਬੜੀ ਛੇਤੀ ਦੇ ਨਾਲ ਸਭ ਦਾਸ ਦਾਸੀਆਂ ਦੌੜ ਦੌੜ ਕੇ ਇਸ ਕਮਰੇ ਨੂੰ ਆਏ ਆ। ਸ਼੍ਰੀ ਗੁਰ ਪੈਤਾ ਬਤਾਏ ਕਹਿਓ। ਤੇ ਕੋਈ ਸਿੱਖ ਵੇਖ ਕੇ ਇਹ ਘਟਨਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਮੰਜੀ ਸਾਹਿਬ ਜਾ ਕਰਕੇ ਸਭ ਦੱਸਣ ਲੱਗਿਆ ਹੈ। ਇੱਕ ਨਾਗ ਮਹਾਨਿਕ ਸਿਓ ਬਲ ਭਾਰੀ। ਹਾਂ, ਇਹ ਸੱਚੇ ਪਾਤਸ਼ਾਹ ਘਰ ਵਿੱਚ ਬਹੁਤ ਭਾਰੀ ਬਲ ਵਾਲਾ ਇੱਕ ਕਾਲਾ ਨਾਗ ਨਿਕਲਿਆ ਹੈ ਸੀ। ਸ਼੍ਰੀ ਹਰਗੋਬਿੰਦ ਹਾਥ ਗਇਓ। ਤੇ ਗਰੀਬ ਨਵਾਜ ਤੁਹਾਡੇ ਬਾਲਕ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਨੇ ਉਹ ਕਾਲੇ ਭਿਅੰਕਰ ਨਾਗ ਨੂੰ ਹੱਥ ਵਿੱਚ ਪਕੜ ਕੇ ਤਾਜ ਪ੍ਰਾਨ ਪਰਿਓ ਨਹਿ ਜਾਏ ਨਿਹਾਰੀ। ਤੇ ਫਰਸ਼ ਤੇ ਪਟਕਾ ਪਟਕਾ ਕੇ ਮਾਰ ਦਿੱਤਾ ਤੇ ਉਹ ਦੂਰ ਵਗਾ ਕੇ ਸਿੱਟਿਆ ਹੋਇਆ ਸਿੱਧਾ ਕਰਕੇ ਤੇ ਵੇਖਿਆ ਨਹੀਂ ਜਾਂਦਾ, ਉਹ ਸਾਰਾ ਪਾੜ ਦਿੱਤਾ ਹੈ ਮਾਰ ਮਾਰ ਕੇ। ਪ੍ਰਾਣ ਜਿਹੜੇ ਹੈ ਉਹ ਸਾਰੇ ਦੇ ਸਾਰੇ ਹੀ ਉਹਦੇ ਨਾਸ਼ ਹੋ ਗਏ ਹਨ। ਨਾਹੇ ਛੋਹਿਓ ਬੜ ਆਨੰਦ ਭਾ। ਤੇ ਬੜਾ ਆਨੰਦ ਹੋਇਆ ਵੀ ਉਹ ਨਾਗ ਨੇ ਨਹੀਂ ਆਪਦੇ ਸਾਹਿਬਜ਼ਾਦੇ ਨੂੰ ਛੋਹਿਆ, ਕਿਤੇ ਡੰਗ ਵਗੈਰਾ ਨਹੀਂ ਮਾਰਿਆ ਹੈ। ਪਰਮੇਸ਼ਰ ਆਪ ਪਇਓ ਰਖਵਾਰੀ। ਆਪ ਹੀ ਪਰਮੇਸ਼ਰ ਗੁਰੂ ਨਾਨਕ ਪਾਤਸ਼ਾਹ ਜੀਆਂ ਰਾਖੀ ਕੀਤੀ ਵੈ। ਦੇਖਨ ਕੋ ਕਾਰ ਆਵਤ ਭੇ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਮੰਜੀ ਸਾਹਿਬ ਤੋਂ ਇਹ ਘਟਨਾ ਵੇਖਣ ਵਾਸਤੇ ਘਰ ਨੂੰ ਆ ਰਹੇ ਆ। ਸਿੱਖ ਸਾਥਕ ਸ਼ੁਭੇ ਸਮੇ ਨਰ ਨਾਰੀ। ਤੇ ਕੁਝ ਕੁ ਸਿੱਖ ਨਾਲ ਹੈਰਾਨੀ ਹੋ ਰਹੀ ਸਭ ਨੂੰ, ਤੇ ਵੇਖਣ ਵਾਸਤੇ ਕੁਝ ਸਿੱਖ ਸੰਗਤਾਂ ਨਾਲ ਹਜ਼ੂਰ ਘਰ ਨੂੰ ਆ ਰਹੇ ਆ। ਦੋਹਰਾ ਸ਼੍ਰੀ ਅਰਜਨ ਜੀ ਜਬ ਗਏ। ਜਦੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਘਰ ਆਏ ਆ, ਮ੍ਰਿਤਕ ਸਰਪ ਭਾਜੋਏ। ਤੇ ਸਾਹਮਣੇ ਵੇਖਿਆ ਹਜ਼ੂਰ ਨੇ ਮਰਿਆ ਹੋਇਆ ਸੱਪ ਮੂੰਹ ਅੱਡੀ ਤੇ ਸਭ ਪਾੜ ਕੇ ਸੁੱਟਿਆ ਦੇਖਿਆ ਹੈ। ਅਪਰ ਦੇਹ ਸੁੰਦਰ ਤਰੀ। ਤੇ ਹਜ਼ੂਰ ਦੇ ਦ੍ਰਿਸ਼ਟੀ ਪੈਂਦਿਆਂ ਸਾਰੀ ਨੇ ਹੋਰ ਬੜੀ ਸੋਹਣੀ ਦੇਹ ਮਨੁੱਖਾ ਧਾਰਨ ਕਰ ਲਈ ਸੱਪ ਦੇ ਵਿੱਚੋਂ, ਜਿਵੇਂ ਲਾਟ ਨਿਕਲੀ
ਤੇ ਸੁੰਦਰ ਦੇਹੀ ਦਿਵ ਰੂਪ ਧਾਰਿਆ ਹੈ। ਕਰੀ ਦਿਖਾਵਨ ਤੇ ਸੋਏ, ਸਾਰਿਆਂ ਨੂੰ ਇਹ ਮਨੁੱਖਾ ਜਾਮੇ ਵਿੱਚ ਆਣ ਵਖਾਲੀ ਦਿੱਤੀ ਹੈ। ਸਵਈਆ ਬੂਝਨ ਕੀਨ ਤਿਸੇ ਕਹਾ ਕੌਣ ਤੂੰ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਫਿਰ ਪੁੱਛਣਾ ਕੀਤਾ ਹੈ, ਹਾਂ ਭਾਈ ਦੱਸ ਤੂੰ ਕੌਣ ਹੈ, ਸਾਡੇ ਘਰ ਵਿੱਚ ਆਇਆ ਭੁਜੰਗਮ ਕੋ ਤਨ ਪਾਇਓ, ਵੀ ਕੌਣ ਹੈ ਜਿਹੜਾ ਤੂੰ ਐਸ ਜਾਮੇ ਵਿੱਚ ਜਿਹੜਾ ਹੈ ਉਹ ਸੱਪ ਦਾ ਜਾਮਾ ਪ੍ਰਾਪਤ ਕੀਤਾ ਹੋਇਆ, ਕੀ ਪਾਪ ਕੀਤਾ, ਕੌਣ ਹੈ ਤੂੰ ਤੇ ਸੱਪ ਜੂਨੀ ਕਿਉਂ ਭੋਗਦਾ ਹੈ। ਕਿਉ ਮ੍ਰਿਤ ਪਾ ਕੇ ਮਦੇਹ ਲਈ ਆਸ। ਤੇ ਕਿਵੇਂ ਆ ਹੁਣ ਮਨੁੱਖਾ ਦੇਹੀ ਪ੍ਰਾਪਤ ਕਰ ਲਈ ਤੇ ਮੌਤ ਤੇਰੀ ਕਿਵੇਂ ਹੋਈ ਸੱਪ ਜਾਮੇ ਵਿੱਚ। ਕਿਉ ਕਾਹ ਕਾਰਨ ਹੈ ਆ ਚੱਲ ਆਇਓ, ਤੇ ਕੀ ਕਾਰਨ ਹੈ ਤੂੰ ਸਾਡੇ ਘਰ ਵਿੱਚ ਹੀ ਕਿਉਂ ਚੱਲ ਕੇ ਆਇਆ ਹੈ। ਹਾਥ ਕੋ ਜੋਰ ਪ੍ਰਸੰਗ ਸੁਨਾਇਆ। ਹੱਥ ਜੋੜ ਲਏ ਉਹਨੇ ਤੇ ਹੱਥ ਜੋੜ ਕੇ ਫਿਰ ਪ੍ਰਸੰਗ ਸਾਰਾ ਸੁਣਾਉਣ ਲੱਗਿਆ। ਪੂਰਬ ਦੇਹ ਮੁਨੀ ਤਪ ਤਾਇਓ, ਇਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਹਿਲੇ ਜਨਮ ਦੇ ਵਿੱਚ ਮਹਾਰਾਜ ਮੇਰੀ ਤਪੀ ਦੀ ਜਿਹੜੀ ਦੇਹੀ ਸੀ, ਭਾਵ ਮੈਂ ਪਿਛਲੇ ਜਨਮ ਵਿੱਚ ਬੜਾ ਪ੍ਰਤਾਪੀ ਤਪੀ ਹੋਇਆ, ਬੜਾ ਰਿਸ਼ੀ ਮੁਨੀ ਹੋਇਆ ਸਾਂ। ਹੋਇਓ ਹੰਕਾਰ ਉਦਾਰ ਮੁਝੇ, ਪਰ ਤਪ ਕਰਨ ਦੇ ਨਾਲ ਮਹਾਰਾਜ ਜਿਵੇਂ ਜਿਵੇਂ ਤਪ ਵਧੀ ਗਿਆ ਉਵੇਂ ਉਵੇਂ ਮੇਰੇ ਮਨ ਵਿੱਚ ਹੰਕਾਰ ਵਧਣਾ ਸ਼ੁਰੂ ਹੋ ਗਿਆ। ਜਿੱਡਾ ਵੱਡਾ ਤਪੀ ਸਾਂ ਓਡਾ ਵੱਡਾ ਹੰਕਾਰੀ ਹੋ ਗਿਆ। ਨਹਿ ਮੋਹ ਸਾਮ ਵੇਦ ਕਿਨੂ ਨਰ ਗਾਇਓ, ਤੇ ਮੈਂ ਇਹ ਗੱਲ ਦਾ ਹੰਕਾਰ ਕਰਨਾ ਸ਼ੁਰੂ ਕਰ ਦਿੱਤਾ ਵੀ ਮੇਰੇ ਵਰਗੇ ਵੇਦ ਨਹੀਂ ਕੋਈ ਪੜ੍ਹ ਸਕਦਾ, ਜਾਂ ਮੇਰੇ ਵਰਗਾ ਤਪੀ ਕਿੱਡਾ ਕੁ ਮੈਂ ਤਪੀ ਹਾਂ ਵੇਦ ਵੀ ਨਹੀਂ ਦੱਸ ਸਕਦੇਗੇ, ਤੇ ਤਥਾ ਵੀ ਮੇਰੇ ਜਿੰਨੇ ਵੇਦ ਨਹੀਂ ਕਿਸੇ ਨੇ ਪੜ੍ਹੇ ਹੋਣੇ ਜਾਂ ਵੇਦਾਂ ਦੇ ਤੱਤ ਨੂੰ ਨਹੀਂ ਜਾਣਿਆ ਹੋਣਾ। ਏਕ ਸਮੈ ਵਿੱਚ ਰੰਤ ਹੁਤੋ, ਤੇ ਇੱਕ ਸਮੇਂ ਜਿਹੜਾ ਇਹ ਮੇਰੇ ਮਨ ਵਿੱਚ ਜਦੋਂ ਹੰਕਾਰ ਆਇਆ ਤੇ ਇਹ ਮਹਾਰਾਜ ਕੋਈ ਸਮਾਂ ਇਹੋ ਜਿਹਾ ਆਇਆ, ਇੱਕ ਵਾਰੀ ਵਿਚਰਦੇ ਹੋਏ ਰਿਖ ਨਾਰਦ ਮੋਟਿਗ ਆਏ ਗਇਓ, ਤੇ ਮੇਰੇ ਪਾਸ ਬ੍ਰਹਮਾ ਦੇ ਪੁੱਤਰ ਨਾਰਦ ਮੁਨ ਆ ਗਏ। ਇੱਕ ਵਾਰੀ ਇਸ ਤਰ੍ਹਾਂ ਚੱਲਦੇ ਚਲਾਉਂਦੇ ਨਾਰਦ ਮੁਨੀ ਜੀ ਮੇਰੇ ਪਾਸ ਪ੍ਰੇਮਾ ਭਗਤੀ ਕੀਰਤਨ ਭਗਤੀ ਕਰਨ ਵਾਲੇ ਮੇਰੇ ਪਾਸ ਆ ਗਏ। ਗਿਆਨ ਪ੍ਰਸੰਗ ਪਨੇ ਬਹੁਤੇ, ਤੇ ਉਹਨੇ ਵੇਖਿਆ ਵੀ ਚਲੋ ਰਿਸ਼ੀ ਤਪ ਕਰਦਾ ਹੈ ਤੇ ਇਹਨੂੰ ਕੋਈ ਗਿਆਨ ਦਾ ਜਿਹੜਾ ਵਾ ਪ੍ਰਸੰਗ ਸੁਣਾਈਏ ਵੀ ਹੋਰ ਗਿਆਨ ਵਿੱਚ ਵਾਧਾ ਹੋਵੇਗਾ। ਤੇ ਉਹ ਆ ਕਰਕੇ ਨਾ ਮੇਰੇ ਪਾਸ ਤੇ ਮੈਨੂੰ ਗਿਆਨ ਦੇਣ ਲੱਗਿਆ, ਕੁਝ ਗਿਆਨ ਦੀਆਂ ਗੱਲਾਂ ਤੇ ਗਿਆਨ ਦੇ ਪ੍ਰਸੰਗ ਉਹਨੇ ਬੜੇ ਆਖੇ ਆ। ਭਗਤੀ ਭਾਵ ਤਾਰਕ ਨਾਮ ਲਿਓ, ਤੇ ਉਹਨੇ ਫਿਰ ਮੈਨੂੰ ਇੱਕ ਇਹ ਦੱਸਿਆ ਵੀ ਜਿਹੜਾ ਨਾਮ ਹੈ ਨਾ ਉਹ ਭਵ ਸੰਸਾਰ ਤੋਂ ਤਾਰਨ ਵਾਲਾ ਹੈ, ਤੇ ਇਸ ਕਰਕੇ ਤੂੰ ਤਪ ਵੀ ਕਰ ਤੇ ਤਪ ਦੇ ਨਾਲ ਨਾਲ ਨਾਮ ਵੀ ਜਪਿਆ ਕਰ। ਹੇ ਰਿਸ਼ੀ ਮੁਨੀ ਤੂੰ ਤਪ ਵੀ ਕਰ ਤਗੜਾ ਹੋ ਕੇ, ਪਰ ਤਪ ਤਾਂ ਸਫਲ ਹੈ ਜੇ ਨਾਮ ਜਪੇ ਤਾਂ। ਪ੍ਰੇਮਾ ਭਗਤੀ ਹਿਰਦੇ ਵਿੱਚ ਪਰਮੇਸ਼ਰ ਦੀ ਭਗਤੀ ਕਰ। ਭਗਤੀ ਨਾਮ ਪ੍ਰੇਮਾ ਭਗਤੀ ਇਹ ਸੰਸਾਰ ਨੂੰ ਤਾਰਨ ਵਾਲੀ ਹੈ, ਸੰਸਾਰ ਦੇ ਉੱਤੋਂ ਤਾਰ ਦਿੰਦੀ ਹੈ। ਮੈਂ ਪ੍ਰਸ਼ਨੋਤਰ ਪੂਰ ਕਰੇ, ਤੇ ਕਹਿੰਦਾ ਮੈਂ ਤਾਰਕਿਕ ਤਰਕੀ ਬਹੁਤ ਸੀ, ਅੱਗੋਂ ਨਾਰਦ ਮੁਨ ਨੇ ਕੀਤਾ ਤਾਂ ਮੇਰਾ ਭਲਾ ਹੀ, ਪਰ ਮੈਂ ਆਖਿਆ ਵੀ ਤੂੰ ਕੋਈ ਬਹੁਤਾ ਸਿਆਣਾ ਮੈਂ ਇੱਕ ਦੀਆਂ 20 ਸੁਣਾਈਆਂ ਉਹਨੂੰ। ਫਿਰ ਅੱਗੋਂ ਬੜੇ ਮੈਂ ਪ੍ਰਸ਼ਨ ਉੱਤਰ ਆਖ ਸੁਣਾ ਦਿੱਤੇ। ਗਰਬਿਓ ਔਰ ਮੈਂ ਨਹਿ ਮਨ ਕੀਓ, ਤੇ ਉਹਨੇ ਤਾਂ ਵੈਸੇ ਮੇਰਾ ਭਲਾ ਹੀ ਕੀਤਾ, ਗਿਆਨ ਦੇ ਮੈਨੂੰ ਚੰਗੇ ਪ੍ਰਸੰਗ ਸੁਣਾਏ, ਪਰ ਮੈਂ ਹੰਕਾਰੀ ਸੀ ਉਹਦੀ ਇੱਕ ਨਾ ਮੰਨੀ ਤੇ ਇੱਕ ਸੁਣ ਕੇ ਉਹਦੀਆਂ 20 ਸੁਣਾਈਆਂ। ਅੱਗੋਂ ਬਹੁਤ ਉਹਨੂੰ ਮੰਦ ਕੁਮੰਦ ਬੋਲਿਆ। ਧਾਰ ਹਿਰਦੈ ਸਮਤਾ ਤੇ ਹਸੋਂ, ਤੇ ਮੈਂ ਆਪਦੀ ਬਰਾਬਰੀ ਉਹਦੇ ਨਾਲ ਕੀਤੀ। ਜਦੋਂ ਨਾਰਦ ਮੁਨ ਨੇ ਮੈਨੂੰ ਕੁਝ ਪ੍ਰਸੰਗ ਸੁਣਾਏ ਤੇ ਮੈਂ ਆਖਿਆ ਵੀ ਤੂੰ ਹੋਵੇਂਗਾ ਬ੍ਰਹਮਾ ਦਾ ਪੁੱਤਰ, ਮੈਂ ਕਿਤੇ ਤੇਥੋਂ ਘੱਟ ਵਾਂ, ਮੈਂ ਵੇਦ ਜਾਣਦਾ, ਤੇਰੇ ਬਾਪ ਦੇ ਬਣਾਏ ਵੇਦ ਸਾਰੇ ਹੀ ਪੜ੍ਹ ਲੈਣਾ ਕੰਠ ਵੈ ਮੈਨੂੰ, ਤੇ ਮੈਂ ਤੇਰੇ ਬਾਪ ਤੋਂ ਵੱਡਾ ਤਪੀ ਹਾਂ, ਤੇਥੋਂ ਵੀ ਵੱਡਾ ਤਪੀ ਹਾਂ। ਤੂੰ ਮੈਨੂੰ ਕੌਣ ਭਾਈ, ਕੱਲ੍ਹ ਦਾ ਉਮਰ ਤੇਰੀ ਥੋੜ੍ਹੀ ਹੈ, ਮੈਨੂੰ ਸਮਝਾਉਣ ਵਾਲਾ ਕੌਣ ਹੈ ਤੂੰ। ਤੇ ਅੱਗੋਂ ਉਹਦੀ ਮੈਂ ਬੇਪਤੀ ਕੀਤੀ। ਸੁਣਾਈ ਤਾਂ ਉਹਨੇ ਮੇਰੇ ਕੰਮ ਦੀ ਗੱਲ, ਪਰ ਇੱਕ ਦੀਆਂ 20 ਸੁਣਾਈਆਂ ਉਹਦੀ ਬੇਅਦਬੀ ਕੀਤੀ ਮੈਂ, ਤੇ ਉਹਦੇ ਨਾਲ ਪ੍ਰਸ਼ਨ ਉੱਤਰ ਵੀ ਕੀਤੇ, ਆਪ ਨੂੰ ਉਹਦੇ ਨਾਲੋਂ ਵੱਡਾ ਜਣਾਉਣਾ ਕੀਤਾ ਮੈਂ। ਬਚ ਕਰੂਰ ਕਹੇ ਤਬ ਕੋਪ ਭਇਓ, ਤੇ ਇਸ ਤਰ੍ਹਾਂ ਮੇਰਾ ਝਗੜਾ ਵੱਧ ਗਿਆ ਤੇ ਕੌੜੇ ਬਚਨ ਮੈਂ ਬੋਲ ਦਿੱਤੇ, ਕੁਝ ਗਾਲੀ ਗਲੋਚ ਕੀਤਾ, ਜਿਸ ਕਰਕੇ ਨਾਰਦ ਮੁਨ ਨੂੰ ਬਹੁਤ ਗੁੱਸਾ ਆ ਗਿਆ ਤੇ ਬੜਾ ਕਰੋਪ ਹੋ ਗਿਆ ਸੀ। ਕਿਉ ਤਪ ਪਾਵਤ ਹੈ ਤਨ ਮੂਰਖ, ਕਹਿੰਦਾ ਉਹ ਮੂਰਖਾ, ਫਿਰ
ਐਂ ਹੀ ਜੇ ਮਨ ਵਿੱਚ ਗਿਆਨ ਹੀ ਹੈ ਨਹੀਂ, ਹੰਕਾਰਿਆ ਆਫਰਿਆ ਫਿਰਦਾ, ਫਿਰ ਇੰਨਾ ਤਪ ਕਰਨ ਦਾ ਕੀ ਫਾਇਦਾ? ਆਪਦੇ ਮਨ ਵਿੱਚ ਕਿਉਂ ਆਪਦੇ ਸਰੀਰ ਨੂੰ ਇੰਨਾ ਤਪਾ ਰਿਹਾ ਹੈ? ਵੇਦ ਰਹੱਸ ਨਹੀਂ ਮਨ ਵੀ ਜਾਣਿਓ। ਤਪ ਕਰਨ ਦਾ ਕੀ ਫਾਇਦਾ ਜਦੋਂ ਵੇਦਾਂ ਦਾ ਸਿਧਾਂਤ ਹੀ ਨਹੀਂ ਜਾਣਿਆ? ਤੂੰ ਕਹਿੰਦਾ ਮੈਂ ਵੇਦ ਬੜੇ ਪੜ੍ਹੇ, ਮੈਂ ਤਪੀ ਬੜਾ, ਜਦੋਂ ਤੈਨੂੰ ਪਤਾ ਹੀ ਨਹੀਂ ਵੀ ਵੇਦ ਜਿਹੜੇ ਵਾ ਉਹ ਪਰਮੇਸ਼ਰ ਨੂੰ ਨੇਤ ਨੇਤ ਕਥੰਤ ਵੇਦਾ, ਵੇਦ ਵੀ ਪਰਮੇਸ਼ਰ ਨੂੰ ਨੇਤ ਨੇਤ ਕਹਿੰਦੇ ਆ, ਤੇ ਪਰਮੇਸ਼ਰ ਬੇਅੰਤ ਹੈ, ਬੇਅੰਤ ਹੈ, ਬੇਅੰਤ ਹੈ, ਉਹਦਾ ਨਾਮ ਵੇਦਾਂ ਦੇ ਵਿੱਚ ਜਿਹੜਾ ਸਾਰ ਸਿਧਾਂਤ ਹੈ ਉਹ ਨਾਮ ਹੈ। ਨਾਮ ਜਪਣਾ ਚਾਹੀਏ ਤੇ ਨਿਮਰਤਾ ਰੱਖਣੀ, ਨਾਮ ਨਾਲ ਹੀ ਨਿਮਰਤਾ ਆਉਂਦੀ ਹੈ। ਵੀ ਤੂੰ ਕਹਿੰਦਾ ਮੈਂ ਤਪੀ ਬਹੁਤ, ਤਾਂ ਵੇਦ ਬੜੇ ਪੜ੍ਹੇ ਆ, ਮੂਰਖਾ, ਤਪ ਕਰ ਕਰਕੇ ਉਮਰਾਂ ਵਧਾ ਲਈ ਹੈ, ਸਰੀਰ ਨੂੰ ਤਪਾ ਰਹੇ ਹਾਂ, ਦੁੱਖ ਦੇ ਰਹੇ ਹਾਂ, ਲਾਭ ਕੀ ਜੇ ਤੈਨੂੰ ਨਾਮ ਦਾ ਹੀ ਨਹੀਂ ਪਤਾ, ਤੇਰੇ ਵਿੱਚ ਨਿਮਰਤਾ ਹੈ ਨਹੀਂ। ਤੇ ਜਦੋਂ ਵੇਦਾਂ ਦੇ ਤੱਤ ਸਿਧਾਂਤ ਜਿਹੜਾ ਨਾਮ ਜਪਣਾ ਹੈ ਉਸੇ ਨੂੰ ਤੂੰ ਜਾਣਿਆ ਨਹੀਂ, ਤੇ ਫਿਰ ਤਪ ਦਾ ਕੀ ਫਾਇਦਾ ਹੈ? ਮੋਰ ਅਨਾਦਰ ਕੋ ਫਲ ਪਾਵਹ। ਤੇ ਮੈਂ ਤੈਨੂੰ ਕੋਈ ਮਾੜੀ ਗੱਲ ਨਹੀਂ ਆਖੀ, ਨਾਮ ਜਪਣ ਵਾਸਤੇ ਹੀ ਆਖਿਆ ਨਾ, ਤੇ ਉਲਟਾ ਮੈਨੂੰ ਨਰਾਦਰ ਕਰਦਾ ਹੈ। ਮੇਰੇ ਨਰਾਦਰ ਦਾ ਤੈਨੂੰ ਫਲ ਜ਼ਰੂਰ ਮਿਲੇਗਾ, ਕਿਉਂਕਿ ਮੈਂ ਪਰਮੇਸ਼ਰ ਦੇ ਨਾਮ ਦੀ ਬਾਬਤ ਤੈਨੂੰ ਪ੍ਰੇਰਨਾ ਕੀਤਾ, ਉਪਦੇਸ਼ ਦਿੱਤਾ, ਤੇ ਉਸ ਉਪਦੇਸ਼ ਦਾ ਮੇਰਾ ਨਰਾਦਰ ਕੀਤਾ, ਇਹਦਾ ਫਲ ਤੈਨੂੰ ਜ਼ਰੂਰ ਮਿਲੇਗਾ। ਤਾਂ ਛਿਨ ਮੈਂ ਏਮ ਸ਼ਰਾਪ ਬਖਾਨਿਓ। ਤੇ ਉਹ ਸਮੇਂ ਫਿਰ ਮਹਾਰਾਜ ਉਸ ਨਾਰਦ ਮੁੰਨ ਨੇ ਫਿਰ ਮੈਨੂੰ ਇਹ ਸਰਾਪ ਆਖਿਆ, ਸਰਾਪ ਦੇ ਬਚਨ ਕੀਤੇ ਸਨ। ਤੂੰ ਕੁਟਲਾਈ ਕਰੇ ਅਧਿਕੈ। ਵੀ ਹੇ ਰਿਸ਼ੀ, ਮਨ ਵਿੱਚ ਬੜੀ ਟੇਢਪੁਣਾ, ਤੇਰੇ ਮਨ ਦੇ ਵਿੱਚ ਬੜੀ ਜ਼ਹਿਰ ਭਰੀ ਹੋਈ ਹੈ, ਕੁਟਲਾਈ ਕਰਦਾ, ਟੇਢਪੁਣਾ ਕਰਦਾ ਹੈ। ਅਰ ਮੋਹੇ ਜੋ ਬਾਕ ਨਹੀਂ ਹਿਤ ਮਾਨਿਓ। ਤੇ ਜਿਹੜੇ ਤੇਰੇ ਭਲੇ ਦੇ ਬਚਨ ਕੀਤੇ ਮੈਂ ਨਾਮ ਜਪਣ ਦੇ, ਨਾਮ ਵਾਲੇ ਪਾਸੇ ਤੂੰ ਆਉਂਦਾ ਨਹੀਂ, ਤੇ ਟੇਢਤਾਈ ਬੜੀ ਕਰਦਾ, ਉਤੋਂ ਲਿਬਾਸ ਰਿਸ਼ੀਆਂ ਦਾ ਧਾਰਿਆ, ਤੇ ਮਨ ਤੇਰਾ ਹੰਕਾਰ ਟੇਢਤਾਈ ਨਾਲ ਔਗਣਾ ਨਾਲ ਭਰਿਆ ਹੈ। ਜਾਂ ਤੇ ਭੁਜੰਗ ਸਰੀਰ ਧਰੂ ਕਰ। ਤੇ ਜਿਵੇਂ ਤੇਰੇ ਮਨ ਵਿੱਚ ਟੇਢਿਆ ਨਾ ਵਲ ਪੁਣੇ ਜੇ, ਇਸ ਤਰ੍ਹਾਂ ਸੱਪ ਜਿਵੇਂ ਵਲ ਪਾ ਪਾ ਕੇ ਤੁਰਦਾ ਉਦਾਂ ਦਾ ਹੋਵੇਗਾ, ਭਾਵ ਸੱਪ ਜੂਨੀ ਪ੍ਰਾਪਤ ਹੋਵੇਗੀ। ਕੋਟਲਤਾ ਸਭ ਸੁਧਤ ਹਾਨਿਓ। ਤੇ ਸਾਰੀ ਜਿਹੜੀ ਤੇਰੀ ਨਾ ਉਹ ਕੁਟਲਤਾ ਹੀ ਰਹਿ ਜਾਵੇਗੀ, ਤੇਰੇ ਕੋਲ ਟੇਢਪੁਣਾ ਹੀ ਰਹਿ ਜਾਵੇਗਾ, ਜਿਵੇਂ ਸੱਪ ਨਹੀਂ ਨਾ ਸਿੱਧਾ ਤੁਰ ਸਕਦਾ, ਤੇ ਤੂੰ ਹੈ ਮਨ ਤੇਰਾ ਸੱਪ ਵਰਗਾ ਟੇਢਾ ਮੇਢਾ, ਤੇ ਉਹ ਸੱਚੀ ਹੁਣ ਤੂੰ ਟੇਢ ਮੇਢ ਧਾਰੇਗਾ ਸਰੀਰ ਦੀ ਵੀ, ਤੇ ਸੂਧਪੁਣਾ ਤੇਰਾ ਜਿਹੜਾ ਸਰਲ ਦਾ ਸਿੱਧਾ ਪੁਣਾ ਉਹ ਨਾਸ਼ ਹੋ ਜਾਵੇਗਾ। ਸੱਪ ਦਾ ਸਿੱਧਾ ਪੁਣਾ ਨਾਸ਼ ਹੁੰਦਾ ਨਾ, ਜਿਵੇਂ ਟੇਢਾ ਹੀ ਹੁੰਦਾ ਹਮੇਸ਼ਾ, ਸਿੱਧਾ ਨਹੀਂ ਤੁਰ ਸਕਦਾ। ਤੋ ਇਹ ਸਰਾਪ ਦਿੱਤਾ, ਕਹਿੰਦੇ ਜੀ ਨਾਰਦ ਮੁੰਨ ਨੇ ਮੈਨੂੰ, ਕਿ ਤੂੰ ਟੇਢਪੁਣਾ ਪ੍ਰਾਪਤ ਕਰੇਗਾ, ਸੱਪ ਜਾਮੇ ਨੂੰ ਜਾਵੇਂਗਾ। ਵੇਦ ਪੜਿਓ ਤਨ ਤਾਪ ਤਇਓ। ਬਾਕੀ ਨਾਲੇ ਵੀ ਕਹਿ ਦਿੱਤਾ ਵੀ ਤੂੰ ਵੇਦ ਵੀ ਬਹੁਤ ਪੜਿਆ ਹੋਇਆ, ਤੇ ਤਪ ਵੀ ਕੀਤੇ ਹੋਏ ਆ, ਜਿਹੜਾ ਤਪ ਕੀਤੇ ਆ ਤੇ ਪਹਿਲੇ ਵੇਦ ਪੜ੍ਹੇ ਹਨ। ਇਸ ਕੋ ਫਲ ਸ਼ਰਾਪ ਕੇ ਅੰਤਮ ਪਾਵੈ। ਤੇ ਉਹਦਾ ਫਲ ਵੀ ਤੈਨੂੰ ਮਿਲਣਾ ਚਾਹੀਦਾ, ਕਿਉਂਕਿ ਵੇਦ ਵੀ ਪੜ੍ਹੇ ਆ, ਤੇ ਤੂੰ ਚਾਹੇ ਮਨ ਤੇਰੇ ਵਿੱਚ ਹੰਕਾਰ ਹੈ, ਤਪ ਵੀ ਕੀਤਾ, ਵੇਦ ਵੀ ਪੜ੍ਹੇ ਆ, ਇਹਨਾਂ ਦਾ ਫਲ ਵੀ ਮਿਲੇਗਾ, ਪਰ ਉਹ ਮਿਲੇਗਾ ਜਦੋਂ ਤੇਰੇ ਸਰਾਪ ਦਾ ਅੰਤ ਹੋਵੇਗਾ। ਜਾਮਾ ਸੱਪ ਦਾ ਪ੍ਰਾਪਤ ਕਰੇਗਾ, ਤੇ ਜਦੋਂ ਤੇਰਾ ਅੰਤਲਾ ਸਮਾਂ ਹੋਵੇਗਾ ਉਦੋਂ ਤੈਨੂੰ ਸਾਰਾ ਫਲ ਮਿਲੇਗਾ ਵੇਦਾਂ ਪੜ੍ਹਿਆਂ ਦਾ, ਕੀਤੇ ਤਪ ਦਾ। ਸੰਕਟ ਕੇ ਬਸ ਜੀਵਨ ਦੇਖ। ਤੇ ਸੰਕਟ ਕੋਈ ਸਮਾਂ ਆਵੇਗਾ ਜਦੋਂ ਸਾਰੇ ਸੰਸਾਰ ਦੇ ਜੀਵ ਬਹੁਤ ਦੁਖੀ ਹੋਣਗੇ, ਉਹਨਾਂ ਦੁਖੀ ਹੋਏ ਜੀਵਾਂ ਨੂੰ ਵੇਖ ਕੇ ਤਰੈ ਅਵਤਾਰ ਪ੍ਰਭੂ ਧਾਰ ਜਾਵੈ। ਤੇ ਧੰਨ ਧੰਨ ਹਰਗੋਬਿੰਦ ਸਾਹਿਬ ਮਹਾਰਾਜ ਪਰਮੇਸ਼ਰ ਅਵਤਾਰ ਧਾਰਨਗੇ ਸੰਸਾਰ ਤੇ, ਜਾਂ ਪਰਮੇਸ਼ਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਰੂਪ ਧਾਰ ਕੇ ਸੰਸਾਰ ਤੇ ਆਵਣਗੇ। ਹਾਥ ਛੁਵੈ ਤਿਨ ਕੋ ਤਨ ਤੇਰੇ। ਤੇ ਜਦੋਂ ਤੇਰੇ ਸਰੀਰ ਨੂੰ ਉਹਨਾਂ ਦਾ ਪਵਿੱਤਰ ਹੱਥ ਛੋਵੇਗਾ, ਤਾ ਛਿਨ ਮੈਂ ਸੁਰ ਲੋਕ ਸਿਧਾਵੈ। ਉਦੋਂ ਤੇਰੀ ਕਲਿਆਣ ਹੋਵੇਗੀ, ਉਦੋਂ ਤੈਨੂੰ ਵੇਦਾਂ ਦਾ ਪੜ੍ਹਿਆਂ ਦਾ ਤੇ ਕੀਤੇ ਤਪ ਦਾ ਫਲ ਮਿਲੇਗਾ, ਸੁਰਪੁਰੀ ਵਿੱਚ ਸੁਧਾਰ ਹੋਵੇਗਾ। ਤਾ ਲਗ ਜੂਨ ਭੁਜੰਗਮ ਕੀ। ਪਰ ਉਹਨਾਂ ਸਮਾਂ ਤੈਨੂੰ ਸੱਪ ਦੀ ਜੂਨੀ ਜਿਹੜੀ ਵਾ ਧਾਰਨ ਕਰਨੀ ਪਵੇਗੀ। ਦੁਖਦਾਇਕ ਤਾਰ ਤਰਾ ਵਿੱਚ ਰਾਵੈ। ਤੇ ਸੁਖ ਦੁਖਦਾਇਕ ਜੂਨੀ ਜਿਹੜੀ ਵਾ ਸੱਪ ਦੀ ਉਹ ਧਾਰਨ ਕਰਕੇ ਧਰਤੀ ਤੇ ਭਟਕਿਆ ਫਿਰੇਗਾ, ਧਰਤੀ ਤੇ ਭਟਕਦਾ ਫਿਰੇਗਾ, ਵਿਚਰੇਗਾ। ਸ਼੍ਰੀ ਗੁਰ ਸੋ ਅਬ ਆਏ ਸਮ। ਹਾਂ, ਹੇ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਉਹ ਸਮਾਂ ਆ ਗਿਆ
ਪਰਮੇਸ਼ਰ ਦਾ ਅਵਤਾਰ ਛੇਵਾਂ ਸਰੂਪ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਅੰਦਰ। ਗਹਿ ਮੋਹਿ ਸ ਪਹਿਲੇ ਨੇ ਆਨ ਕੈ ਛੋਰਾ। ਉਹ ਸਮਾਂ ਬਣਿਆ ਮਹਾਰਾਜ, ਤੇ ਸਪੇਲੇ ਨੇ ਮੈਨੂੰ ਕਿਸੇ ਝਾੜੀਆਂ ਜੰਗਲ ਵਿੱਚੋਂ ਪਕੜ ਕੇ ਤੇ ਲਿਆ ਤੁਹਾਡੇ ਘਰ ਵਿੱਚ ਛੱਡ ਦਿੱਤਾ ਸੀ। ਪ੍ਰੇਰਨ ਕੀਨ ਸ਼ਰੀਕ ਤੁਮਾਰੇ ਨਾ। ਪਰ ਸਪੇਲੇ ਨੇ ਜੇ ਪੁੱਛੋ ਕਿਉਂ ਮੈਨੂੰ ਉੱਥੇ ਛੱਡਿਆ, ਤੇ ਗਰੀਬ ਨਵਾਜ ਤੁਹਾਡੇ ਸ਼ਰੀਕ ਨਹੀਂ ਪ੍ਰੇਰਿਆ, ਤੁਹਾਡੇ ਵੱਡੇ ਭਰਾਤਾ ਬਾਬਾ ਪਿਰਥੀ ਚੰਦ ਨੇ ਸਪੇਰੇ ਨੂੰ ਪ੍ਰੇਰ ਕੇ ਮੈਨੂੰ ਇੱਥੇ ਸੁਟਵਾਇਆ ਹੈ। ਲੋਭ ਦਿਖਾਏ ਕਛੂ ਤਿਸ ਥੋਰਾ। ਥੋੜਾ ਬਹੁਤਾ ਮਾਇਆ ਕੁਝ ਦੁੱਧ ਰੋਟੀ ਦੇ ਕੇ ਲਾਲਚ ਵਿਖਾ ਕੇ ਸਪੇਰੇ ਨੂੰ। ਖੋਜ ਰਹਿਓ ਖੁੱਡ ਪਾਈ ਨਹੀਂ। ਮੈਂ ਤੁਹਾਡੇ ਘਰ ਵਿੱਚ ਆਇਆ, ਪ੍ਰਿਥੀ ਚੰਦ ਦੇ ਪ੍ਰੇਰੇ ਹੋਏ ਸਪੇਰੇ ਨੇ ਸੁੱਟਿਆ ਮੈਨੂੰ ਤੁਹਾਡੇ ਘਰ ਵਿੱਚ, ਤੇ ਜਦੋਂ ਮੈਂ ਇੱਥੇ ਆਇਆ ਮੈਂ ਲੱਭ ਰਿਹਾ ਸੀ, ਖੁੱਡ ਮੈਨੂੰ ਲੁਕਣ ਵਾਸਤੇ ਮਿਲੀ ਨਾ। ਗਹਿ ਲੀਨ ਤਬੈ ਬਾਲ ਤੇ ਸਿਰ ਫੋਰਾ। ਅਜੇ ਲੱਭਦਾ ਹੀ ਪਿਆ ਸੀ ਖੁੱਡ ਮੈਂ, ਤੇ ਤੁਹਾਡੇ ਬਾਲਕ ਹਰਗੋਬਿੰਦ ਸਾਹਿਬ ਨੇ ਆਣ ਮੈਨੂੰ ਪਕੜਿਆ ਤੇ ਗੂਠੇ ਦੇ ਨਾਲ ਦਾਬ ਦੇ ਕੇ ਮਹਾਰਾਜ ਮੇਰਾ ਸਿਰ ਫੇਰ ਸੁੱਟਿਆ ਹੈ ਸੀ। ਜਾਉ ਅਬੈ ਸੁਰ ਲੋਕ ਜਹਾਂ। ਤੇ ਮਹਾਰਾਜ ਹੁਣ ਮੇਰੀ ਕਲਿਆਣ ਹੋ ਗਈ, ਕਿਉਂਕਿ ਪਰਮੇਸ਼ਰ ਦਾ ਹੱਥ ਛੂਹਿਆ ਗਿਆ ਮੈਨੂੰ, ਮੇਰੀ ਕਲਿਆਣ ਹੋਈ ਗਰੀਬ ਨਵਾਜ, ਹੁਣ ਮੈਂ ਸਵਰਗਪੁਰੀ ਨੂੰ ਪਧਾਰਾਂਗਾ। ਗੁਰ ਪੂਰਨ ਹੋ ਅਭੇ ਬੰਧਨ ਮੋਰਾ। ਹੇ ਪੂਰੇ ਗੁਰੂ ਗੁਰੂ ਅਰਜਨ ਦੇਵ ਮਹਾਰਾਜ, ਹੇ ਪੂਰੇ ਗੁਰੂ ਧੰਨ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਮਹਾਰਾਜ ਤੁਹਾਨੂੰ ਦੋਹਾਂ ਸਰੂਪਾਂ ਨੂੰ ਮੇਰੀ ਹੱਥ ਜੋੜ ਕੇ ਨਮਸਕਾਰ ਹੈ। ਬ੍ਰਿੰਦ ਖਰੇ ਨਰ ਨਰ ਸਬੈ। ਇਸ ਦਰ ਵੇਖ ਰਹੇ ਆ ਸਾਰੇ ਸਿੱਖ ਸੰਗਤਾਂ, ਵੇਖ ਵੇਖ ਕੇ ਹੈਰਾਨ ਹੁੰਦੇ ਆ। ਸੁਣ ਸਾਰੋ ਪ੍ਰਸੰਗ ਹਿਰਦੈ ਬਿਸਮਾਏ। ਤੇ ਪ੍ਰਿਥੀ ਚੰਦ ਦੀ ਇੱਕ ਹੋਰ ਟੇਢੀ ਚਾਲ ਖੁਟਿਆਈ, ਵੱਡਾ ਪਾਪ ਉਗੜਿਆ ਵੇਖ ਕੇ ਹੈਰਾਨ ਹੁੰਦੇ ਹਨ। ਸ਼੍ਰੀ ਗੁਰ ਨੇ ਮ੍ਰਿਤ ਪੰਨੰਗ ਕੋ। ਤੇ ਸਭ ਕਹਿਣ ਲੱਗੇ ਐ ਧੰਨ 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 ਗੁਰੂ ਹਰਗੋਬਿੰਦ ਸਾਹਿਬ ਨੇ, ਜਿਹੜਾ ਬੜਾ ਭਿਆਨਕ ਪੰਨੰਗ ਸੱਪ ਦਾ ਨਾਮ ਹੈ, ਸੱਪ ਦੀ ਮੌਤ ਕਰ ਦਿੱਤੀ ਹੈ। ਉੱਚ ਵਾਏ ਕੈ ਬਾਹਰ ਦੀਨ ਦਬਾਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਮਰਿਆ ਹੋਇਆ ਸੱਪ ਚਕਵਾ ਕੇ ਤੇ ਬਾਹਰ ਨਪਵਾ ਦਿੱਤਾ ਹੈ। ਕੀਨ ਮਹਾ ਉਤਸਾਹਨ ਕੋ। ਸਭ ਬਹੁਤ ਖੁਸ਼ ਹੋਏ, ਬੜਾ ਉਤਸ਼ਾਹ ਖੁਸ਼ੀਆਂ ਮਨਾਈਆਂ ਜਾ ਰਹੀਆਂ, ਰੱਖਿਆ ਪਰਮੇਸ਼ਰ ਨੇ ਕੀਤੀ ਹੈ। ਤਨ ਦੀਨ ਸੁਰੰਕ ਮਿਲੇ ਸਮੁਦਾਏ। ਤੇ ਧੰਨ ਮਾਤਾ ਗੰਗਾ ਜੀਆਂ ਖੁੱਲੀ ਮਾਇਆ ਦਾਨ ਕੀਤੀ ਵੀ ਹੈ ਗੁਰੂ ਨਾਨਕ ਆਪ ਦਾ ਸ਼ੁਕਰ ਹੈ। ਸ਼ੁਕਰਾਨੇ ਵਜੋਂ ਧੰਨ ਮਾਤਾ ਗੰਗਾ ਜੀਆਂ ਬਹੁਤ ਮਾਇਆ ਰੰਕਾਂ ਭਾਵ ਗਰੀਬਾਂ ਦੇ ਵਿੱਚ ਵੰਡਵਾਉਣਾ ਕੀਤੀ ਹੈ। ਔਰ ਕਰਾਹੋ ਕਰੈ ਬਹੁਤੇ। ਤੇ ਬਹੁਤ ਜਿਹੜੇ ਵੱਡੀ ਮਾਤਰਾ ਵਿੱਚ ਕੜਾ ਪ੍ਰਸ਼ਾਦੀ ਦੇਗ ਬਣਵਾ ਕੇ ਵਰਤਾਈ ਵੈ। ਗੁਰ ਨਾਨਕ ਆਦ ਕੇ ਪੈਰ ਮਨਾਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨ ਕਮਲਾਂ ਨੂੰ ਧਿਆਨ ਧਾਰ ਕੇ ਪੂਜਿਆ ਹੈ। ਜਾਤ ਸਭੈ ਸੁਧ ਲੋਕ ਪਨੈ। ਤੋ ਇਧਰ ਜਿਹੜਾ ਉਹ ਸੱਪ ਸੀ ਨਾ, ਉਹ ਹੈ ਤਾਂ ਰਿਸ਼ੀ ਸੀ ਪਿਛਲੇ ਜਾਮੇ ਦਾ, ਤੇ ਹੰਕਾਰ ਕਰਕੇ ਸੱਪ ਦੁੰਨੀ ਨੂੰ ਜਿਹੜਾ ਵੈ ਉਹ ਜਿਵੇਂ ਹੰਕਾਰ ਕਰਕੇ ਫੂੰ ਫੂੰ ਕਰਦਾ ਹੈ ਨਾ, ਫਿਰ ਉਹ ਸੱਪ ਦੇ ਜਾਮੇ ਨੂੰ ਗਿਆ। ਉਹ ਆਪਦੀ ਸ਼ਰਾਪ ਦੇ ਬਚਨ ਜਿਹੜੇ ਜਾਂ ਕਰਮ ਦਾ ਫਲ ਭੋਗ ਕੇ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰਾਂ ਦੇ ਹੱਥ ਲੱਗਣ ਕਾਰਨ ਸਾਰਾ ਪ੍ਰਸੰਗ ਸੁਣਾ ਕਰਕੇ ਤੇ ਸਵਰਗਪੁਰੀ ਨੂੰ ਤੁਰਿਆ ਹੈ। ਪ੍ਰਿਥੀਏ ਸੁਨ ਕੈ ਸਕੋ ਉਪਜਾਈ। ਤੇ ਇਧਰ ਜਿਹੜਾ ਹੈ ਜਾਤ ਸਭ ਹੈ ਸੁਧ ਲੋਕ ਭਨੈ, ਜਿਹੜੇ ਸੀਗੇ ਉਸ ਲੋਕ ਉਹ ਜਾਂਦੇ ਆ। ਜਦੋਂ ਸਾਰਾ ਕੁਝ ਵੇਖ ਲਿਆ ਨਾ ਸੰਗਤ ਨੇ ਉਹਨਾਂ, ਤੇ ਉਸ ਸੱਪ ਨੇ ਦੱਸਿਆ ਉਹ ਦਿਵ ਰੂਪ ਧਾਰ ਕੇ ਵੀ ਇਹ ਸਾਰੀ ਕਰਤੂਤ ਤਾਂ ਮਹਾਰਾਜ ਤੁਹਾਡੇ ਭਰਾ ਪਿਰਥੀ ਚੰਦ ਦੀ ਹੈ। ਸੰਗਤਾਂ ਨੇ ਸੁਣਿਆ ਸਾਰਾ ਕੁਝ ਤੇ ਹੈਰਾਨ ਹੋਏ, ਘਰਾਂ ਨੂੰ ਤੁਰੇ ਜਾਂਦੇ ਆ। ਤੇ ਜਿੱਥੇ ਕਿੱਥੇ ਪ੍ਰਿਥੀ ਚੰਦ ਦੀ ਨਿੰਦਾ ਹੋਣ ਲੱਗੀ, ਕਈਆਂ ਨੇ ਜਾ ਕੇ ਪ੍ਰਿਥੀ ਚੰਦ ਦੇ ਘਰੇ ਰੌਲਾ ਪਾਇਆ ਵੀ ਤੂੰ ਭਾਈ ਚੰਗਾ ਕਰਦਾ, ਕੋਈ ਗੁਰੂ ਰਾਮਦਾਸ ਮਹਾਰਾਜ ਦਾ ਵੱਡਾ ਸਾਹਿਬਜ਼ਾਦਾ ਹੋ ਕਰਕੇ ਤੇ ਕੰਮ ਵੇਖ ਕਿੱਦਾਂ ਦੇ ਆ ਤੁਹਾਡੇ। ਇਸ ਤਰ੍ਹਾਂ ਜਾ ਕੇ ਕੁਝ ਸਿੱਖ ਮੂੰਹ ਤੇ ਕਹਿੰਦੇ ਆ, ਤੇ ਜਾਂ ਕੁਝ ਸਿੱਖ ਜਿਹੜੇ ਪ੍ਰਿਥੀ ਚੰਦ ਦੇ ਜਾਣਨ ਵਾਲੇ ਸੀਗੇ, ਉਹਨਾਂ ਜਾ ਕੇ ਪ੍ਰਿਥੀ ਚੰਦ ਨੂੰ ਦੱਸਿਆ ਵੀ ਆਹ ਗੱਲ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਵਰਤੀ ਤੇ ਤੇਰਾ ਨਾਂ ਫਿਰ ਆ ਗਿਆ। ਇਸ ਤਰ੍ਹਾਂ ਪ੍ਰਿਥੀ ਚੰਦ ਨੇ ਸੁਣਿਆ ਹੈ। ਮੂਰਖ ਲੋਕ ਜੇ ਬਾਤ ਸੁਨਾਵਤ। ਤੇ ਅੱਗੋਂ ਕਹਿੰਦਾ ਕਿ ਉਹ ਲੋਕ ਮੂਰਖ ਹੈ ਜਿਹੜੇ ਇਵੇਂ ਦੀਆਂ ਗੱਲਾਂ ਕਰਦੇ ਆ, ਮੈਨੂੰ ਕੀ ਲੋੜ ਹੈ ਕੰਮ ਕਰਨ ਦੀ। ਤੇ ਅੱਗੋਂ ਕਿਉਂਕਿ ਚੁਸਤ ਬਹੁਤ ਹੈ ਤੇ ਉਹਨਾਂ ਨੂੰ ਵਲ ਪਾ ਕੇ ਅੱਗੋਂ ਮਿਲਦਾ, ਕਹਿੰਦਾ ਨਹੀਂ ਭਾਈ
ਐਵੇਂ ਮੂਰਖ ਲੋਕ ਹੈਗੇ ਆ, ਕੋਲੋਂ ਕੋਈ ਨਾ ਕੋਈ ਗੱਲ ਬਣਾ ਕੇ ਛੱਡ ਦਿੰਦੇ ਆ। ਝੂਠ ਕਹਿ ਸਭ ਗਾਥ ਇਹ ਬਨਾਈ। ਜਿੰਨੀ ਗੱਲ ਬਣਾਈ ਹੋਈ ਆ ਝੂਠੀ ਤੇ ਬਣੀ ਬੱਤਰੀ ਗੱਲ ਬਣਾ ਕੇ ਸੁਣਾਈ ਜਾਂਦੇ ਆ। ਮੋਰ ਕੋ ਪ੍ਰਤੀਤ ਨਾ ਆਵਤ। ਵੀ ਮੇਰੇ ਹਿਰਦੇ ਨੂੰ ਕੋਈ ਪ੍ਰਤੀਤ ਭਰੋਸਾ ਨਹੀਂ ਆਉਂਦਾ। ਉਹ ਦੱਸਿਆ ਨਾ ਕਿਸੇ ਜਾ ਕੇ ਵੀ ਪਹਿਲਾਂ ਦਾਈ ਤੇ ਉਹ ਦਿਵ ਰੂਪ ਧਾਰ ਕੇ ਉਹਨੇ ਦੱਸਿਆ ਸੀ, ਕਹਿੰਦੀ ਮੈਂ ਹੈ ਤਾਂ ਜਿਹੜੀ ਵਾ ਗੰਧਰਵੀ ਸਵਰਗ ਦੀ, ਤੇ ਪਰ ਕਿਸੇ ਸਰਾਫ ਨੂੰ ਉਦਾਹਰਨ ਵਾਸਤੇ ਆਪਦੀ ਜਾਮੇ ਨੂੰ ਤੇ ਇੱਥੇ ਆਈ ਆ। ਤੇ ਹੁਣ ਉਹ ਕਿਸੇ ਨੇ ਫਿਰ ਦੱਸਿਆ ਵੀ ਉਹ ਹੈ ਜਿਹੜਾ ਸੱਪ ਛਡਵਾਇਆ ਸੀ ਪ੍ਰਿਥੀ ਚੰਦ, ਤੇਰਾ ਨਾਂ ਆਉਂਦਾ। ਕਹਿੰਦੇ ਉਹ ਮੂੰਹੋਂ ਬੋਲ ਕੇ ਦੱਸਦਾ ਰਿਹਾ ਗੁਰੂ ਅਰਜਨ ਦੇਵ ਮਹਾਰਾਜ ਦੇ ਘਰੇ। ਪ੍ਰਿਥੀ ਚੰਦ ਕਹਿੰਦਾ ਨਾ ਭਾਈ, ਮੇਰੇ ਮਨ ਵਿੱਚ ਤਾਂ ਕੋਈ ਇਹੋ ਜਿਹੀ ਪ੍ਰਤੀਤੀ ਨਹੀਂ ਆਉਂਦੀ, ਮੈਂ ਇਹੋ ਜਿਹੇ ਝੂਠ ਟਰਪਲਾਂ ਤੇ ਜਿਹੜਾ ਭਰੋਸਾ ਨਹੀਂ ਕਰਦਾ ਹਾਂ। ਹਾਥ ਮਲੈ ਬਿਦ ਲੇਤ ਉਪਾਈ। ਤਾਂ ਇਸ ਤਰ੍ਹਾਂ ਪ੍ਰਿਥੀ ਚੰਦ ਜਿਹੜਾ ਕਹਿੰਦਾ ਹੈ, ਕਹਿੰਦਾ ਮੈਂ ਨਹੀਂ ਭਾਈ ਮੰਨਦਾ। ਹਾਂ ਗੱਲ ਇਹ ਹੈ ਵੀ ਇਸ ਤਰ੍ਹਾਂ ਹੈ ਵੀ ਉਪਜਾ ਲੈਂਦੇ ਆ ਵੀ ਕਦੀ ਹੱਥ ਮਲ ਕੇ ਵੀ ਸੱਪ ਮਾਰਿਆ ਬੱਚੇ ਨੇ। ਇਹ ਤਾਂ ਪੈਸੇ ਇਕੱਠੇ ਕਰਨ ਦਾ ਜਿਹੜਾ ਨਾ ਬਹਾਨਾ ਬਣਾ ਰਹੇ ਗੁਰੂ ਅਰਜਨ ਦੇਵ। ਉੱਤਮਤਾ ਨਿਜ ਨੰਦਨ ਕੀ। ਵੀ ਗੱਲ ਇਹ ਹੈ ਵੀ ਗੁਰੂ ਅਰਜਨ ਦੇਵ ਤੇ ਮਾਤਾ ਗੰਗਾ ਜੀ ਇਹ ਆਪਦੇ ਪੁੱਤਰ ਦੀ ਵਡਿਆਈ ਲੋਕਾਂ ਤੋਂ ਕਰਵਾਉਣੀ ਚਾਹੁੰਦੇ ਆ। ਜਗ ਵਿੱਚ ਬਿਥਾਰਤ ਹੀ ਹਰ ਖਾਈ। ਤੇ ਖੁਸ਼ ਹੁੰਦੇ ਆ ਵੀ ਸਾਡੇ ਪੁੱਤਰ ਦੀ ਮਹਿਮਾ ਹੋਏਗੀ। ਆਖਿਰ ਜੀ ਹਰਗੋਬਿੰਦ ਸਾਹਿਬ ਨੇ 42 ਦਿਨਾਂ ਦੀ ਉਮਰ ਦੇ ਵਿੱਚ ਹੀ ਦਾਈ ਮਾਰ ਮੁਕਾ ਦਿੱਤੀ। ਤੇ ਇਹ ਜਾਣ ਜਾਣ ਕੇ ਇਹੋ ਜਿਹੀਆਂ ਝੂਠੀਆਂ ਗੱਲਾਂ ਜਿਹੜੀਆਂ ਅਫਵਾਹਾਂ ਉਹ ਲੋਕਾਂ ਨੂੰ ਸੁਣਾਉਂਦੇ ਆ ਵੀ 2 ਵਰ੍ਹਿਆਂ ਦੀ ਉਮਰ ਵਿੱਚ ਅੰਗੂਠੇ ਦੀ ਫੇਹ ਦੇ ਕੇ ਹਰਗੋਬਿੰਦ ਸਾਹਿਬ ਨੇ ਜਿਹੜਾ ਹੈ ਸਾਡੇ ਬਾਲਕ ਨੇ ਆਖੇ ਸੱਪ ਮਾਰ ਦਿੱਤਾ ਹੈ। ਤੋ ਇਸ ਤਰ੍ਹਾਂ ਦੀਆਂ ਗੱਲਾਂ ਪ੍ਰਿਥੀ ਚੰਦ ਕਹਿੰਦਾ ਆਪਦੇ ਪੁੱਤਰ ਦੀ ਸ਼ੋਭਾ ਵਧਾਉਣ ਵਾਸਤੇ ਸੰਸਾਰ ਵਿੱਚ ਇਹ ਫੈਲਾ ਰਹੇ ਆ ਮਾਤਾ ਗੰਗਾ ਤੇ ਗੁਰੂ ਅਰਜਨ ਦੇਵ। ਲੋਭ ਵਧਿਓ ਮਨ ਮੈਂ ਅਧਿਕਾਏ। ਤੇ ਗੱਲ ਕੀ ਆ ਵੀ ਮਨ ਵਿੱਚ ਗੁਰੂ ਅਰਜਨ ਦੇਵ ਦੇ ਲਾਲਚ ਬੜਾ ਵਧਿਆ ਹੋਇਆ ਮਾਇਆ ਇਕੱਠੀ ਕਰਨੇ ਦਾ। ਪੁਜਾਵਨ ਕੋ ਇਮ ਬਾਤ ਬਣਾਵੈ। ਤੇ ਬਾਤਾਂ ਬਣਾਉਂਦੇ ਆਪਦੇ ਕੋਲੋਂ ਹੀ, ਆਪਦੀ ਪੂਜਾ ਕਰਾਉਣ ਵਾਸਤੇ, ਸਿੱਖਾਂ ਦੇ ਵਿੱਚ ਸ਼ਰਧਾ ਪੈਦਾ ਕਰਨ ਵਾਸਤੇ ਐਵੇਂ ਦੀਆਂ ਝੂਠੀਆਂ ਕਥਾਵਾਂ ਬਣਾਉਂਦੇ ਸੁਣਾਉਂਦੇ ਆ। ਦੇਹ ਉਪਾਇਨ ਕੋ ਸਮੁਦਾਏ। ਵੀ ਤਾਂ ਕਿ ਸਿੱਖ ਸ਼ਰਧਾ ਦੇ ਮਾਰੇ ਬਹੁਤ ਆਣ ਕੇ ਸਾਨੂੰ ਚੜਾਵੇ ਦੇਣ, ਮਾਇਆ ਖੁੱਲੀ ਸਾਡੇ ਘਰ ਵਿੱਚ ਆਵੇ। ਸੋ ਕੀਰਤ ਆਪਣੀ ਲੋਕ ਸੁਣਾਵੈ। ਤੇ ਆਪਦੀ ਵਡਿਆਈ ਆਪ ਹੀ ਲੋਕਾਂ ਨੂੰ ਸੁਣਾਈ ਜਾਂਦੇ ਆ। ਕਿਆ ਉਹ ਬਾਲਕ ਜਾਣਤ ਨਾ ਕੁਛ। ਲੈ ਉਹ ਹਰਗੋਬਿੰਦ ਸਾਹਿਬ ਕੋਈ 2 ਵਰ੍ਹਿਆਂ ਦਾ ਨਿਆਣਾ ਹੈ, ਉਹ ਕੀ ਜਾਣਦਾ। ਤੇ ਉਹਦੀ ਐਵੇਂ ਹੀ ਕੋਲੋਂ ਬਣਾ ਕੇ ਆਖੇ ਗੱਲਾਂ ਗੁਰੂ ਅਰਜਨ ਦੇਵ ਤੇ ਮਾਤਾ ਗੰਗਾ ਜੀ ਉਡਾਈ ਜਾਂਦੇ ਆ। ਏਕ ਤੇ ਏਕ ਵਡਾਈ ਵਧਾਵੈ। ਇੱਕ ਤੋਂ ਇੱਕ ਵੱਡੀ ਤੋਂ ਵੱਡੀ ਗੱਲ ਵਧਾ ਕੇ ਦੱਸਦੇ। ਕਦੇ ਸੱਪ ਦੀ ਸੁਣਾ ਦਿੰਦੇ ਆ, ਕਦੇ ਉਸ ਦਾਈ ਦੇ ਮਰਨ ਦੀ ਸੁਣਾ ਦਿੰਦੇ ਆ। ਜਾਂ ਧਨ ਆਏ ਉਪਾਏ ਬਣਾਵਤ। ਤੋ ਪ੍ਰਿਥੀ ਚੰਦ ਜਿਹੜੇ ਪ੍ਰਿਥੀ ਚੰਦ ਤੇ ਇਲਜ਼ਾਮ ਲੱਗੇ ਆ ਤੇ ਉਹਦੇ ਬਦਲੇ ਵਿੱਚ ਪ੍ਰਿਥੀ ਚੰਦ ਉਹ ਅੱਗੋਂ ਵਲ ਪਾ ਕੇ ਹੋਰ ਇੱਕ ਦੀਆਂ 20 ਸੁਣਾਉਂਦਾ। ਕਹਿੰਦਾ ਐਵੇਂ ਮਾਰਦੇ ਆ ਕਿ ਉਹ ਧਨ ਮਾਇਆ ਇਕੱਠੀ ਕਰਨੀ ਆ ਗੁਰੂ ਅਰਜਨ ਦੇਵ ਮਹਾਰਾਜ ਨੇ। ਤੇ ਇਸ ਕਰਕੇ ਨਾ ਵੀ ਧਨ ਕਿਸੇ ਨਾ ਕਿਸੇ ਤਰੀਕੇ ਨਾਲ ਆਵੇ ਤੇ ਇਹੋ ਜਿਹੀਆਂ ਗੱਲਾਂ ਊਟ ਪਟਾਂਗ ਜਿਹੜੇ ਵਾ ਉਹ ਆਪਦੇ ਪੁੱਤਰ ਦੇ ਪਰਥਾਏ ਤੇ ਸੋਭਾ ਕਰਵਾਉਂਦੇ ਸਿੱਖਾਂ ਵਿੱਚ, ਜਿਹਦੇ ਨਾਲ ਧਨ ਆਵੇ। ਹੋਰ ਛਲ ਕੈ ਨਿਜ ਪਾਏ ਪੁਜਾਵੈ। ਤੇ ਛਲ ਕਰਕੇ ਆਪਦੇ ਯੋਂ ਛਲ ਕੈ, ਇਸੇ ਤਰ੍ਹਾਂ ਛਲ ਕਰਕੇ ਤੇ ਆਪਦੇ ਚਰਨ ਪੁਜਾਉਂਦੇ ਆ। ਸੰਗਤਾਂ ਤੋਂ ਆਪਦੀ ਸੇਵਾ ਤੇ ਪੂਜਾ ਕਰਵਾਈ ਜਾਂਦੇ ਆ। ਆਪਣੀ ਸੰਗਤ ਹਵੈ ਇਕੱਠੀ ਜਬ। ਤੇ ਜਦੋਂ ਸਾਧ ਸੰਗਤ ਜੀ ਪ੍ਰਿਥੀ ਚੰਦ ਦੀ ਸੰਗਤ ਜਿਹੜੀ ਕੁਝ ਥੋੜੀ ਬਹੁਤੀ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਦਿੱਤੀ ਸੀ ਇਹਨੂੰ, ਜਾਂ ਕੁਝ ਜਿਹੜੇ ਉਹੋ ਜਿਹੇ ਆ ਕੋਈ ਲਾਲਚੀ ਲੋਭੀ ਪ੍ਰਿਥੀ ਚੰਦ ਨੂੰ ਜਿਹੜੇ ਗੁਰੂ ਮੰਨਦੇ ਸੀ ਕੁਝ ਥੋੜੇ ਜਿਹੇ, ਜਦੋਂ ਕਿਤੇ ਉਹ ਸੰਗਤ ਪ੍ਰਿਥੀ ਚੰਦ ਨੂੰ ਮਿਲਣ ਆਉਂਦੀ ਆ ਤਾਂ ਪ੍ਰਿਥੀਆ ਸਭ ਵਿੱਚ ਸੁਣਾਵੈ। ਤੇ ਉਦੋਂ ਪ੍ਰਿਥੀ ਚੰਦ ਇਹੋ ਜਿਹੀਆਂ ਗੱਲਾਂ ਸਾਰਿਆਂ ਦੇ ਵਿੱਚ ਸੁਣਾਉਂਦਾ ਹੈ। ਕਹਿੰਦਾ ਕਿ ਕੁਝ ਨਹੀਂ ਹੈ ਗੁਰੂ ਅਰਜਨ ਦੇਵ ਜੀ ਦੇ ਕੋਲ, ਆਪਦੇ ਪੁੱਤਰ ਦੀ ਤੇ ਆਪਦੀ ਸ਼ੋਭਾ ਵਧਾਉਣ ਵਾਸਤੇ ਐਵੇਂ ਦੀਆਂ ਗੱਲਾਂ ਕਰਦੇ ਆ ਤੇ ਮੇਰਾ ਨਾਮ ਲਾਉਂਦੇ। ਆਖੇ ਜੀ ਪ੍ਰਿਥੀ ਚੰਦ ਨੇ ਸੱਪ ਜਿਹੜਾ ਛੱਡਿਆ ਸਾਡੇ ਘਰੇ, ਤੇ ਆਖੇ ਪ੍ਰਿਥੀ ਚੰਦ ਨੇ ਦਾਈ ਭੇਜੀ। ਹਾਲਾਂਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤਾਂ ਇੱਕ ਵਾਰੀ ਮੁੱਖੋਂ ਨਹੀਂ ਆਖਿਆ, ਪਰ ਸੰਗਤਾਂ ਨੂੰ ਤਾਂ ਗੁੱਸਾ ਆਉਂਦਾ ਸੀ ਨਾ ਵੀ ਇਹ ਜਿਹੜੇ 1.25 ਮਹੀਨੇ ਦੇ ਬਾਲ ਦਾ ਕੀ ਕਸੂਰ ਜਿਹੜਾ ਪ੍ਰਿਥੀ ਚੰਦ ਵੈਰ ਲੈਂਦਾ ਹਰਗੋਬਿੰਦ ਸਾਹਿਬ ਤੋਂ। ਸੰਗਤਾਂ ਇਸ ਗੱਲੋਂ ਗੁੱਸੇ ਵਿੱਚ ਸਨ ਤੇ ਸੰਗਤਾਂ ਨੇ ਪ੍ਰਿਥੀ ਚੰਦ ਨੂੰ ਆਖਿਆ ਸੀ ਵੀ ਭਾਈ ਤੂੰ ਕਿਉਂ ਇਸ ਤਰ੍ਹਾਂ ਕਰਦਾ ਹੈ। ਤੇ ਉਹ ਪ੍ਰਿਥੀ ਚੰਦ ਅੱਗੋਂ ਉਲਟਾ
ਜਿਹੜੇ ਇਹਦੇ ਕੋਈ ਪੂਜਣ ਵਾਲੇ ਕੁਝ ਚੇਲੇ ਚਾਟੜੇ ਐ, ਉਹਨਾਂ ਕੋਲ ਇਸ ਤਰ੍ਹਾਂ ਕਹਿੰਦਾ ਹੈ ਵੀ ਉਹ ਗੁਰੂ ਅਰਜਨ ਦੇਵ ਮਹਾਰਾਜ ਤਾਂ ਜਾਣ ਬੁੱਝ ਕੇ ਇੱਕ ਤਾਂ ਮੇਰੇ ਪਿਤਾ ਦੀ ਗੁਰਿਆਈ ਲੈ ਗਏ ਧੋਖੇ ਨਾਲ, ਹੁਣ ਮੈਨੂੰ ਭੰਡਦੇ ਐ ਤੇ ਆਪਦੇ ਪੁੱਤਰ ਦੀ ਤੇ ਆਪਦੀ ਸ਼ੋਭਾ ਆਪ ਹੀ ਸਿੱਖਾਂ ਤੋਂ ਕਰਵਾਉਂਦੇ ਆ ਇਹ ਛਲ ਕੇ ਕਰਤਾ ਪੁਜਵਾਵਤ। ਵੀ ਇਹ ਤਾਂ ਛਲ ਦੇ ਕਰਨ ਵਾਲੇ ਆ। ਗੁਰੂ ਅਰਜਨ ਦੇਵ ਜੀ ਧੋਖਾ ਕਰਦੇ ਸੰਗਤਾਂ ਦੇ ਨਾਲ, ਆਪਦੀ ਪੂਜਾ ਕਰਵਾਉਂਦੇ ਹਨ। ਮੂਰਖ ਲੋਕਣ ਕੋ ਬਿਰਮਾਵੈ। ਵੀ ਮੂਰਖ ਲੋਕ ਜਿਹੜੇ ਆ ਨਾ ਉਹਨਾਂ ਦੇ ਕੋਲ ਜਾਂਦੇ, ਸਿੱਖਾਂ ਨੂੰ ਸਾਧ ਸੰਗਤ ਜੀ ਮੂਰਖ ਦੱਸਦਾ। ਕਹਿੰਦਾ ਮੂਰਖ ਰਹੇ ਆਖੇ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਮੱਥਾ ਟੇਕਣ ਜਾਂਦੇ ਆ, ਉਹਨਾਂ ਨੂੰ ਭਰਮ ਵਿੱਚ ਪਾਇਆ ਹੋਇਆ ਹੈ। ਆਪ ਗੁਰੂ ਬਨ ਬੈਠਤ ਬੀਚ। ਤੇ ਆਪ ਉਹਨਾਂ ਸਾਰਿਆਂ ਸਿੱਖਾਂ ਦੇ ਵਿੱਚ ਗੁਰੂ ਬਣ ਕੇ ਬਹਿ ਜਾਂਦੇ ਆ। ਛਲੈ ਧਨ ਕੋ ਬਾਹ ਦੰਭ ਕਮਾਵੈ। ਇਹ ਧਨ ਦਾ ਕਮਾਉਣ ਵਾਸਤੇ, ਧਨ ਇਕੱਠਾ ਕਰਨ ਵਾਸਤੇ ਸਾਡੇ ਭਰਾ ਗੁਰੂ ਅਰਜਨ ਦੇਵ ਜੀ ਬੜਾ ਛਲ ਕਮਾਉਂਦੇ ਆ, ਫਰੇਬ ਕਰਦੇ, ਸੰਗਤਾਂ ਨੂੰ ਧੋਖੇ ਵਿੱਚ ਰੱਖਦੇ ਆ। ਜੋ ਸਿੱਖ ਮੋਹੇ ਨਹੀਂ ਦਰਸੋ। ਤੇ ਆਖਦਾ ਫਿਰ ਪ੍ਰਿਥੀ ਚੰਦ ਕਹਿੰਦਾ ਭਾਈ ਗੱਲ ਇਹ ਆ ਵੀ ਜਿਹੜਾ ਮੇਰਾ ਸਿੱਖ ਹੈ ਨਾ, ਤੇ ਜਾਂ ਉਹ ਤਾਂ ਉੱਥੇ ਨਾ ਜਾਵੇ, ਤੇ ਜਿਹੜਾ ਮੇਰਾ ਸਿੱਖ ਨਹੀਂ ਹੈ। ਜਿਉ ਕਰ ਨਿੰਦ ਸਭਾ ਮੈਂ ਬਤਾਵੈ। ਛੱਡ ਗਿਆ ਪੰਕਤੀ ਤੋਂ। ਜੋ ਸਿੱਖ ਮੋਹੇ ਨਹੀਂ ਦਰਸੋ ਤਿਸ। ਉਹ ਕਹਿੰਦਾ ਜਿਹੜਾ ਮੇਰਾ ਸਿੱਖ ਹੈ ਨਾ, ਪ੍ਰਿਥੀ ਚੰਦ ਕਹਿੰਦਾ, ਉਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਮੱਥਾ ਨਾ ਟੇਕੇ, ਉਹ ਨਾ ਕਿਤੇ ਜਾ ਕੇ ਵਡਾਲੀ ਵਿੱਚ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਦਰਸ਼ਨ ਕਰੇ। ਮੇਰਾ ਸਿੱਖ ਜਿਹੜਾ ਨਾ, ਉਹ ਉਹਨਾਂ ਦੇ ਘਰ ਨਾ ਜਾਵੇ। ਜੋ ਕਰ ਨਿੰਦ ਸਭਾ ਮੈਂ ਬਤਾਵੈ। ਤੇ ਇਸ ਤਰ੍ਹਾਂ ਦੀ ਨਿੰਦਾ ਜਿਹੜੀ ਨਾ ਕਰਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ, ਤੇ ਉਹ ਪ੍ਰਿਥੀ ਚੰਦ ਜਿਹੜਾ ਹੈ ਆਪਦੇ ਸਿੱਖਾਂ ਚੇਲਿਆਂ ਨੂੰ ਕਹਿੰਦਾ ਵੀ ਮੇਰਾ ਸਿੱਖ ਜਿਹੜਾ ਉਹ ਤਾਂ ਉੱਥੇ ਨਾ ਜਾਵੇ, ਤੇ ਜਿਹੜਾ ਨਹੀਂ ਮੈਨੂੰ ਗੁਰੂ ਮੰਨਦਾ ਉਹ ਭਾਈ ਜਿੱਧਰ ਮਰਜ਼ੀ ਤੁਰਿਆ ਫਿਰੇ, ਮੇਰਾ ਸਿੱਖ ਨਾ ਗੁਰੂ ਅਰਜਨ ਦੇਵ ਦੇ ਘਰ ਜਾਵੇ। ਇਸ ਤਰ੍ਹਾਂ ਮਹਾਰਾਜ ਦੀ ਨਿੰਦਾ ਕਰਦਾ ਹੈ। ਸਵਈਆ ਸਾਚੋ ਬਨੈ ਨਿਜ ਸੰਗਤ ਮੈਂ। ਤੇ ਇਸ ਤਰ੍ਹਾਂ ਖਾਲਸਾ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਨਿੰਦਾ ਕਰ ਕਰਕੇ ਨਾ ਇਹ ਪ੍ਰਿਥੀ ਚੰਦ ਸੰਗਤ ਵਿੱਚ ਸੱਚਾ ਬਣਦਾ ਹੈ। ਨਿਤ ਪਾਪ ਕਮਾਵਤ ਕੂਰ ਪਣੰਤਾ। ਤੇ ਹੈ ਸਿਰੇ ਦਾ ਪਾਪੀ, ਰੋਜ਼ ਪਾਪ ਕਮਾਉਣ ਵਾਲਾ, ਤੇ ਪੈਰ ਪੈਰ ਤੇ ਝੂਠ ਬੋਲਣ ਵਾਲਾ ਹੈ। ਨਿੰਦਤ ਹੈ ਗੁਰ ਪੂਰਨ ਕੋ। ਤੇ ਪੂਰੇ ਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਦਿਨ ਰਾਤ ਨਿੰਦਾ ਕਰਦਾ ਹੈ, ਆਪਦਿਆਂ ਚੇਲਿਆਂ ਪਾਸੋਂ ਕਰਵਾਉਂਦਾ ਹੈ। ਔਰ ਤਾਰ ਛੇਮਾ ਜੋ ਧੀਰਜਵੰਤਾ। ਉਧਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਗਰੀਬ ਨਵਾਜ ਜਿਹੜੇ ਹਿਰਦੇ ਵਿੱਚ ਛੇਮਾਂ ਦੇ ਧਾਰਨ ਵਾਲੇ ਹੈ, ਤੇ ਬੜੇ ਧੀਰਜ ਵਾਲੇ ਹਨ। ਹਾਨ ਰੋ ਲਾਭ ਸਮਾਨ ਜਿਨੋ ਕਹਾ। ਕਵੀ ਜੀ ਕਹਿੰਦੇ ਜਿਹੜੇ ਧੰਨ ਗੁਰੂ ਅਰਜਨ ਪਾਤਸ਼ਾਹ ਦੀ ਨਿੰਦਾ ਕਰਦਾ ਹੈ ਨਾ, ਆਖੇ ਮਾਇਆ ਕਮਾਉਣ ਵਾਸਤੇ ਢੋਂਗ ਰਚਦੇ ਹੈ, ਉਹਨਾਂ ਨੂੰ ਤਾਂ ਮਾਇਆ ਦੀ ਥੋੜ੍ਹੀ ਬਹੁਤੀ ਵੀ ਪੋਹ ਨਹੀਂ ਹੈ, ਲੇਸ਼ ਮਾਤਰ ਵੀ ਉਹਨਾਂ ਨੂੰ ਜਿਹੜੇ ਧਨ ਦੀ ਖਿੱਚ ਨਹੀਂ ਹੈ। ਹਾਨ ਕੀ ਹੈ? ਨੁਕਸਾਨ ਤੇ ਲਾਭ ਉਹ ਸਤਿਗੁਰਾਂ ਵਾਸਤੇ ਇੱਕੋ ਵਰਗਾ ਹੈ। ਸ਼ੋਕ ਨਹੀਂ ਕਬ ਨਾ ਹਰ ਖੰਤਾ। ਨਾ ਹੀ ਸਤਿਗੁਰਾਂ ਨੂੰ ਕਿਸੇ ਗੱਲ ਦਾ ਦੁੱਖ ਹੈ, ਨਾ ਹੀ ਸੱਚੇ ਪਾਤਸ਼ਾਹ ਜੀ ਕਿਸੇ ਗੱਲ ਦੀ ਖੁਸ਼ੀ ਕਰਦੇ ਆ। ਭੋਗ ਮੈਂ ਜੋਗ ਅਰੋਗ ਕਰੈ। ਜਿਹੜੇ ਭੋਗਾਂ ਦੇ ਵਿੱਚ ਜੋਗ ਕਹੀਏ ਜੁੜੇ ਹੋਏ ਫਸੇ ਹੋਏ ਲੋਕ ਹੈ ਨਾ, ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਅਰੋਗ ਕਰਦੇ ਆ, ਜੀਵਾਂ ਦਾ ਕਲਿਆਣ ਕਰਦੇ ਆ। ਜੜ ਲੋਗਨ ਪੈ ਉਪਕਾਰ ਕਰੰਤਾ। ਤੇ ਮੂਰਖ ਅਗਿਆਨੀ ਲੋਕਾਂ ਤੇ ਸੱਚੇ ਪਾਤਸ਼ਾਹ ਜੀ ਸਦਾ ਗਿਆਨ ਦੇ ਕੇ ਉਪਦੇਸ਼ ਦੇ ਕੇ ਪਰਉਪਕਾਰ ਕਰਦੇ ਹਨ। ਸ਼੍ਰੀ ਗੁਰ ਬੈਠਣ ਥਾਨ ਗਏ। ਉਹ ਇਸ ਤਰ੍ਹਾਂ ਖਾਲਸਾ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਇੱਕ ਦਿਨ ਆਪਣੇ ਸਥਾਨ ਤੇ ਜਿੱਥੇ ਮੰਜੀ ਸਾਹਿਬ ਮਹਾਰਾਜ ਉਧਰ ਚਲੇ ਗਏ ਆ। ਜਬ ਗੰਗ ਬਿਲੋਕਤ ਹਵੈ ਬਲਿਹਾਰੀ। ਜਬ ਤੇ ਵਿਸ਼ਰਾਮ ਲੱਗੂ ਇਹਦਾ। ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਤਾਂ ਗੁਰੂਦੇਵ ਮਹਾਰਾਜ ਮੰਜੀ ਸਾਹਿਬ ਵਾਲੇ ਸਥਾਨ ਤੇ ਜ਼ਿਆਦਾ ਵਿਰਾਜਦੇ ਸਨ, ਉੱਥੇ ਹੀ ਸੰਗਤਾਂ ਨੂੰ ਦਰਸ਼ਨ ਦਿੰਦੇ। ਘਰੇ ਮਹਾਰਾਜ ਜੀ ਬਹੁਤ ਥੋੜ੍ਹਾ ਆਉਂਦੇ ਸੀ, ਸੰਗਤਾਂ ਨੂੰ ਦਰਸ਼ਨ ਦੇ ਰਹੇ ਸੱਚੇ ਪਾਤਸ਼ਾਹ। ਇੱਧਰ ਧੰਨ ਧੰਨ ਮਾਤਾ ਗੰਗਾ ਜੀ ਆਪਣੇ ਪੁੱਤਰ ਨੂੰ ਵੇਖ ਵੇਖ ਕੇ ਬਲਿਹਾਰੇ ਜਾਂਦੇ ਆ, ਸਦਕੇ ਜਾ ਰਹੇ ਹਨ। ਨੀਰ ਤੇ ਸਾਰੋ ਸਰੀਰ ਪਖਾਰਤ। ਉਹ ਸੱਚੇ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਦਾ ਨੰਨਾ ਸਰੀਰ ਆਪਣੇ ਹੱਥੀ ਉਹਨੂੰ ਸਵਾਰਦੇ ਆ,
ਤਤੇ ਗਰਮ ਜਲ ਦੇ ਨਾਲ ਸਰੀਰ ਦਾ ਇਸ਼ਨਾਨ ਕਰਵਾਉਂਦੇ ਆ। ਦਾਸੀ ਜੇ ਤੀਰ ਸੋ ਬਾਤ ਉਚਾਰੀ। ਤੇ ਇਸ ਤਰ੍ਹਾਂ ਜਿਹੜੀ ਦਾਸੀ ਹੈ ਕੋਲ, ਉਹਦੇ ਕੋਲ ਇਹ ਜਿਹੜਾ ਹੈ ਮਾਤਾ ਜੀ ਨਾਲੇ ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗਰਮ ਜਲ ਦੇ ਨਾਲ ਇਸ਼ਨਾਨ ਕਰਵਾਈ ਜਾਂਦੇ ਆ, ਤੇ ਕੋਲ ਖੜੀ ਦਾਸੀ ਨੂੰ ਸੱਚੇ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਾਬਤ ਧੰਨ ਮਾਤਾ ਗੰਗਾ ਜੀ ਆਖਦੇ ਆ। ਦੇਖਾ ਹਰੀ ਕਾਸ ਸੰਕਟ ਭਾ। ਦਾਸੀ ਨੂੰ ਮਾਤਾ ਜੀ ਕਹਿੰਦੇ, ਹੇ ਸਖੀ ਵੇਖੋ ਖਾਂ ਜਰਾ ਵੀ ਸਾਡੇ ਬਾਲਕ ਹਰਗੋਬਿੰਦ ਸਾਹਿਬ ਤੇ ਫਿਰ ਕਿੱਡਾ ਵੱਡਾ ਦੁੱਖ ਪੈ ਗਿਆ ਸੀ। ਸੁਤ ਮੇਰੋ ਬਚਿਓ ਗਹਿ ਪੰਨਗ ਭਾਰੀ। ਬੜਾ ਸਪਤ ਵੱਡਾ ਹੱਥ ਵਿੱਚ ਫੜਿਆ ਸਾਡੇ ਪੁੱਤਰ ਨੇ, ਤੇ ਮਸਾਂ ਮਸਾਂ ਹੀ ਅੱਜ ਹਰਗੋਬਿੰਦ ਸਾਹਿਬ ਦੀ ਰੱਖਿਆ ਗੁਰੂ ਨਾਨਕ ਪਾਤਸ਼ਾਹ ਦੁਆਰਾ ਹੋਈ ਹੈ। ਮੈਂ ਦਿਨ ਰੈਨ ਰਖਾਂ ਟਿਗ ਐਨ ਮੈਂ ਤਾਂ ਦਿਨ ਰਾਤ ਇਹਦੇ ਤੇ ਨਿਗਾਹ ਰੱਖਦੀ ਹਾਂ, ਦਿਨ ਰਾਤ ਆਪਦੇ ਕੋਲ ਰੱਖਦੀ ਹਾਂ, ਸਾਰਾ ਦਿਨ ਦਾ ਖਿਆਲ ਧਿਆਨ ਮੇਰਾ ਇਹਦੇ ਵਿੱਚ ਹੁੰਦਾ ਹੈ। ਫੇਰ ਤਹਾਂ ਨਿਜ ਨੈਣ ਅਗਾਰੀ। ਤੇ ਆਪਦੇ ਨੇਤਰਾਂ ਦੇ ਅੱਗੇ ਰੱਖਿਆ ਮੈਂ, ਕਦੇ ਓਲੇ ਨਹੀਂ ਹੋਣ ਦਿੱਤਾ, ਸਦਾ ਹੀ ਵੇਖਦੇ ਰਹੀਦਾ ਵੀ ਕਿਤੇ ਕੋਈ ਅਭੀ ਨਬੀ ਨਾ ਹੋ ਜਾਵੇ, ਮਨ ਸਦਾ ਡਰਦਾ ਰਹਿੰਦਾ ਹੈ। ਥੋਰੋਈ ਕਾਲ ਕਰਿਓ ਇਤ ਲੋਚਨ। ਤੇ ਪਤਾ ਨਹੀਂ ਕੱਲ ਕਿਤੇ ਬਸ ਕੋਈ ਘੜੀ ਬਿੰਦੀ ਮੇਰੇ ਧਿਆਨ ਜਿਹੜਾ ਵਾ ਦਾਸੀਆਂ ਵਾਲੇ ਪਾਸੇ ਹੋਇਆ ਸੀ, ਮੜ ਜੀ ਸੁਰਤ ਕਿਤੇ ਨਿਗਾਹ ਇਧਰ ਉਧਰ ਹੋਈ ਸੀ। ਤਾਂ ਫਲ ਹਾਲ ਪਰਿਓ ਔਰ ਮੇਰੇ। ਤੇ ਇੰਨੇ ਕੁ ਸਮੇਂ 'ਚ ਹੀ ਉਤਰ ਕੇ ਤੇ ਜਾ ਇਹਨਾਂ ਸੱਪ ਪਕੜਿਆ, ਤੇ ਵੇਖੋ ਮੇਰੇ ਕਲੇਜੇ ਵਿੱਚ ਅਜੇ ਹੌਲ ਪੈਂਦੇ ਪਏ ਆ। ਮਸਾਂ ਸਾਡੇ ਸਾਹਿਬਜ਼ਾਦੇ ਦੀ ਰੱਖਿਆ ਹੋਈ ਹੈ, ਸੱਚੇ ਪਾਤਸ਼ਾਹ ਮਹਾਰਾਜ ਨੇ ਬੜੀ ਦਇਆ ਕੀਤੀ ਹੈ, ਤੋ ਗਰੀਬ ਨਵਾਜ ਨੇ ਮਿਹਰਾਮਤ ਕਰਕੇ ਰੱਖਿਆ ਕੀਤੀ। ਉਹ ਬਿੰਦ ਮਾਤਰ ਹੀ ਕਿਤੇ ਨਿਗਾਹ ਇੱਧਰ ਕਰ ਲਈਏ ਤੇ ਘਟਨਾ ਵਾਪਰ ਜਾਂਦੀ ਹੈ। ਤੋ ਇਸ ਤਰ੍ਹਾਂ ਮਾਤਾ ਗੰਗਾ ਜੀ ਡਰਦੇ ਹੋਏ ਤੇ ਸਹੇਲੀ ਆਪਣੇ ਜਾਂ ਸਖੀ ਦਾਸੀ ਨੂੰ ਕਹਿ ਰਹੇ ਐ, ਜਾਓ ਕਹਿ ਹੱਥ ਰੁਮਾਲ ਤਰੇ। ਉਹ ਨਹਾਉਂਦਿਆਂ ਹੋਇਆਂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇਸ਼ਨਾਨ ਕਰਵਾਉਂਦਿਆਂ ਤੇ ਇਹ ਗੱਲ ਕਰਦੇ ਮਾਤਾ ਜੀ ਨੇ ਫਿਰ ਹੱਥ ਵਿੱਚ ਰੁਮਾਲ ਪਕੜਿਆ ਤੇ ਸਰੀਰ ਸਾਫ਼ ਕਰਨ ਲੱਗੇ ਆ। ਮੁਖ ਚੰਦ ਕੋ ਪੌਸ਼ਤ ਪੀਤੇ ਸਵੇਰੇ। ਹਜ਼ੂਰ ਦਾ ਚੰਦ ਵਰਗਾ ਮੁਖ ਜਿਹੜਾ ਹੈ ਉਸ ਸੁੰਦਰ ਰੁਮਾਲ ਦੇ ਨਾਲ, ਕੋਮਲ ਰੁਮਾਲ ਨਾਲ ਪੂੰਝਣ ਲੱਗ ਪਏ ਆ। ਸਾਰੋ ਸਰੀਰ ਸੁਧਾਰ ਭਲੇ। ਚੰਗੀ ਤਰ੍ਹਾਂ ਸਾਰਾ ਸਰੀਰ ਇਸ਼ਨਾਨ ਕਰਵਾ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਨਵ ਚੀਰ ਨਿਕਾਸੋ ਕਹਿ ਲਿਆਈ ਅਛੇਰੇ। ਤੇ ਮਾਤਾ ਦੀਆਂ ਸੋਹਣੇ ਸੁੰਦਰ ਬਸਤਰ ਜਿਹੜੇ ਅੱਛੇ ਕੱਢ ਕੇ ਲਿਆ ਅੰਦਰੋਂ ਪਹਿਨਾਏ ਆ। ਨੰਦਨ ਕੋ ਪਹਿਰਾਏ ਆਨੰਦਤ। ਆਨੰਦ ਸਹਿਤ ਹੁੰਦੇ ਮਾਤਾ ਜੀ ਆਪਣੇ ਪੁੱਤਰ ਨੂੰ ਇਸ਼ਨਾਨ ਕਰਵਾ ਕੇ ਸੋਹਣੇ ਬਸਤਰ ਪਹਿਨਾ ਕੇ ਬੜੇ ਖੁਸ਼ ਹੋ ਰਹੇ ਆ। ਸੁੰਦਰ ਰੂਪ ਮੁਕੰਦ ਕੋ ਹੇਰੇ। ਤੇ ਮੁਕਤੀ ਦੇ ਦਾਤੇ ਹਰਗੋਬਿੰਦ ਸਾਹਿਬ ਮਹਾਰਾਜ ਦਾ ਸੋਹਣਾ ਜਿਹੜਾ ਵਾ ਪਾਵਨ ਸਰੂਪ, ਉਹਦੇ ਵੱਲ ਮਾਤਾ ਜੀ ਵੇਖੀ ਜਾਂਦੇ ਆ। ਬ੍ਰਿੰਦਨ ਛਾਵਰ ਕੀਨ ਤਬੈ। ਤੋ ਬਹੁਤ ਧਨ ਜਿਹੜਾ ਮਾਤਾ ਨੇ ਆਪਣੇ ਪੁੱਤਰ ਤੋਂ ਵਾਰਿਆ ਹੈ। ਨਿਜ ਹੱਥ ਤੇ ਦੇਤ ਗਰੀਬਨ ਕੋ। ਵੀ ਮਾਤਾ ਜੀ ਵਾਰ-ਵਾਰ ਕੇ ਧਨ ਜਿਹੜਾ ਵਾ ਤੇ ਗਰੀਬਾਂ ਵਿੱਚ ਵੰਡਦੇ ਆਪਣੇ ਸਾਹਿਬਜ਼ਾਦੇ ਉੱਪਰੋਂ ਦੀ। ਅੰਮ੍ਰਿਤ ਤੇ ਮਧੁਰੀ ਅਧਿਕੈ। ਤੋ ਜਿਹੜੀ ਵੈ ਅੰਮ੍ਰਿਤ ਹੈ, ਅੰਮ੍ਰਿਤ ਤੋਂ ਜਿਹੜੀ ਮਿੱਠੀ ਹੋਵੇ। ਆਸ ਲੇਤਾ ਹੈ ਪੁੰਜ ਅਸੀਸਨ ਕੋ। ਅੰਮ੍ਰਿਤ ਤੋਂ ਮਿੱਠੀਆਂ ਅਸੀਸਾਂ ਲੈਂਦੇ ਆ ਮਾਤਾ ਜੀ ਗਰੀਬਾਂ ਦੀਆਂ, ਭਾਵ ਲੋੜਵੰਦਾਂ ਨੂੰ ਮਾਤਾ ਜੀ ਧਨ ਵਾਰ-ਵਾਰ ਕੇ ਸਾਹਿਬਜ਼ਾਦੇ ਤੋਂ ਦਿੰਦੇ ਆ, ਤੇ ਅੱਗੋਂ ਜਿਹੜੇ ਜਾਚਕ ਵੈ ਉਹ ਧਨ ਲੈ ਕੇ ਮਾਤਾ ਜੀ ਪਾਸੋਂ ਤੇ ਧੰਨ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਰਥਾਏ ਅੰਮ੍ਰਿਤ ਵਰਗੀਆਂ ਮਿੱਠੀਆਂ ਅਸੀਸਾਂ। ਹੇ ਮਾਤਾ ਗੰਗਾ, ਤੁਹਾਡਾ ਪੁੱਤਰ ਲੰਮੀ ਉਮਰਾਂ ਵਾਲਾ ਹੋਵੇ, ਤੁਹਾਡਾ ਪੁੱਤਰ ਜਵਾਨੀਆਂ ਮਾਣੇ, ਜੁਗ ਜੁਗ ਜੀਵੇ। ਇਸ ਤਰ੍ਹਾਂ ਮਾਤਾ ਜੀ ਅਸੀਸਾਂ ਲੈਂਦੇ ਹਨ। ਬਾਦਿਤ ਪਰ ਬਿਖੈ ਬਜਵਾਏ। ਤੋ ਫਿਰ ਵਾਜੇ ਵਜਵਾਏ ਹੈ ਆਪਣੇ ਦਰਵਾਜ਼ੇ ਦੇ ਵਿੱਚ। ਪਨੈ ਦੁਰਬਾਕ ਸ਼ਰੀਕਨ ਕੋ। ਤੋ ਜਿਹੜੇ ਉਹ ਆਉਂਦੇ ਆ ਨਾ ਮਹਾਰਾਜ ਦੇ ਘਰ, ਜਿਹੜਾ ਵੀ ਸੁਣਦਾ ਪ੍ਰਿਥੀ ਚੰਦ ਦੀ ਖਟਿਆਈ, ਉਹ ਸਾਰੀਆਂ ਸੰਗਤਾਂ ਹੀ ਪ੍ਰਿਥੀ ਚੰਦ ਨੂੰ, ਬੀਬੀ ਕਰਮ ਨੂੰ ਬਹੁਤ ਲੱਖ ਲੱਖ ਲਾਹਣਤਾਂ ਪਾਉਂਦੇ ਆ। ਹੋਤ ਮਹ ਉਤਸਾਹ ਤਹਾਂ। ਤੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਵਿੱਚ ਬਹੁਤ ਖੁਸ਼ੀਆਂ ਖੇੜੇ ਰੌਣਕਾਂ ਲੱਗੀਆਂ ਹਨ। ਪ੍ਰਭ ਕੇ ਗੁਣ ਗਾਵਤ ਗੀਤਨ ਕੋ। ਤੇ ਸਾਰੀਆਂ ਸੰਗਤਾਂ ਗੀਤ ਗਾਉਂਦੇ ਆ ਪਰਮੇਸ਼ਰ ਦੀ ਵਡਿਆਈ ਦੇ, ਪਰਮੇਸ਼ਰ ਦੇ ਸ਼ੁਕਰਾਨੇ ਦੇ, ਕੀਰਤਨ ਹੁੰਦਾ, ਸ਼ਬਦ ਗਾਏ ਜਾ ਰਹੇ ਹਨ। ਭੇਦ ਨਾ ਜਾਣਤ ਨੰਦਨ ਕੋ। ਮਾਤਾ ਗੰਗਾ ਜੀ ਭੇਦ ਨਹੀਂ ਜਾਣਦੇ ਵੀ ਸਾਡੇ ਘਰ ਵਿੱਚ ਕੌਣ ਹੈ, ਕਿਉਂਕਿ ਮਾਂ ਵਾਸਤੇ ਤਾਂ ਪੋਤੀ ਹੈ ਨਾ,
ਧੰਨ ਮਾਤਾ ਗੰਗਾ ਜੀ ਆਮ ਬਸ ਪੁੱਤਰ ਵਾਂਗੂ ਜਾਣਦੇ, ਹਰਗੋਬਿੰਦ ਸਾਹਿਬ ਮਹਾਰਾਜ ਨੂੰ ਨਹੀਂ ਜਾਣਦੇ ਵੀ ਇਹ ਤਾਂ ਵੱਡੇ ਹੋ ਕਰਕੇ ਜ਼ੁਲਮ ਦਾ ਨਾਸ਼ ਕਰਨ ਵਾਲੇ ਐ। ਇਹ ਤਾਂ ਕਾਲੇ ਖਾਂ ਨੂੰ ਇੱਕੇ ਵਾਰ ਵਿੱਚ ਸਣੇ ਘੋੜੇ ਵੱਢਣ ਵਾਲੇ ਐ। ਇਹ ਤਾਂ 52 ਰਾਜਿਆਂ ਨੂੰ ਇੱਕੇ ਚੋਲੇ ਵਿੱਚ ਕਲੀਆਂ ਹੱਥ ਫੜਾ ਫੜਾ ਕੇ ਬੰਦੀ ਛੋੜ ਦਾਤਾ ਹੋਣਗੇ। ਇਹ ਸੰਸਾਰ ਦੇ ਜਿਹੜੇ ਬੰਧਨ ਹੈ ਉਹਨਾਂ ਦੀ ਮੁਕਤੀ ਕਰਵਾਉਣ ਵਾਲੇ ਦੀਨ ਦਿਆਲ ਹੋਣਗੇ। ਤੋ ਮਾਤਾ ਗੰਗਾ ਜੀ ਕਿੱਥੇ ਜਾਣਦੇ ਵੀ ਸਾਡੇ ਸਾਹਿਬਜ਼ਾਦੇ ਮੀਰੀ ਪੀਰੀ ਦੇ ਮਾਲਕ ਤਖਤਾਂ ਦੇ ਬਹਿਣ ਵਾਲੇ ਹੋਣਗੇ। ਆਮ ਸਧਾਰਨ ਬੱਚੇ ਵਾਂਗੂ ਹੀ ਜਾਣ ਕੇ ਨਾ ਮਾਤਾ ਜੀ ਹਰਗੋਬਿੰਦ ਸਾਹਿਬ ਦੀ ਪਾਲਣ ਪੋਸ਼ਣ ਕਰ ਰਹੇ ਆ। ਜਿਨ ਪੰਨੰਗ ਕਾਲੀ ਕੋ ਮਾਨ ਮਥਿਓ। ਤੇ ਕਈ ਵਾਰੀ ਮਾਤਾ ਜੀ ਫਿਰ ਜਦੋਂ ਜਾਣਦੇ ਆ ਫਿਰ ਆਖਦੇ ਨਹੀਂ ਵੀ ਸਾਡੇ ਸਧਾਰਨ ਆਮ ਹੀ ਜਿਵੇਂ ਘਰਾਂ ਵਿੱਚ ਹੁੰਦੇ ਮਾਈਆਂ ਦੇ ਪੁੱਤਰ ਸਭ ਦੇ ਸਾਡੇ ਘਰੇ ਵੀ ਐਂ ਪਰਮੇਸ਼ਰ ਨੇ ਪੁੱਤਰ ਦਿੱਤਾ। ਨਹੀਂ ਜਾਣਦੇ ਵੀ ਇਹ ਤਾਂ ਉਹ ਹੈ ਜਿਨ੍ਹਾਂ ਨੇ ਭਿਆਨਕ ਸੱਪ ਪਕੜਨਾ ਕੀਤਾ। ਜਾਂ ਕਹੋ ਕਿੱਥੇ ਜਾਣਦੇ ਆ ਜਿਵੇਂ ਕ੍ਰਿਸ਼ਨ ਦੀ ਮਾਤਾ ਨਹੀਂ ਨਾ ਜਾਣਦੀ ਸੀ ਵੀ ਕ੍ਰਿਸ਼ਨ ਭਗਵਾਨ ਨੇ ਜਿਵੇਂ ਕਾਲੀ ਨਾਮੇ ਸੱਪ ਨੂੰ ਮਾਰ ਮੁਕਾਇਆ ਸੀ। ਕੇਸੀ ਕਰਾਲ ਬਕਾਸੁਰ ਕੰਸ। ਜਿਵੇਂ ਕੰਸ ਨੂੰ ਕੇਸਾਂ ਤੋਂ ਪਕੜਿਆ, ਕੇਸੀ ਕਰਾਲ ਨੂੰ ਨਾਸ਼ ਕੀਤਾ, ਬਕਾਸੁਰ ਨਾਮੇ ਦੈਂਤ ਨੂੰ ਕ੍ਰਿਸ਼ਨ ਭਗਵਾਨ ਨੇ ਨਾਸ਼ ਕੀਤਾ ਹੈ ਸੀ। ਹਤੇ ਗਨ ਦੈਂਤ ਮੁਨੀਨਨ ਕਥਿਓ। ਤੇ ਬੇਅੰਤ ਦੈਂਤਾਂ ਦਾ ਨਾਸ਼ ਕੀਤਾ ਸੀ। ਇਹ ਮੁਨੀਸ਼ਵਰ ਲੋਕ ਜਿਹੜੇ ਵੇ ਵਾਰਤਾ ਕਹੀ ਜਾਂਦੇ ਆ ਕ੍ਰਿਸ਼ਨ ਭਗਵਾਨ ਦੀ। ਜਿਵੇਂ ਜਿਹੜੀ ਕ੍ਰਿਸ਼ਨ ਭਗਵਾਨ ਦੀ ਮਾਤਾ ਨਹੀਂ ਜਾਣਦੀ ਸੀ ਵੀ ਸਾਡੇ ਘਰ ਵਿੱਚ ਕੌਣ ਅਵਤਰਿਆ, ਮਾਤਾ ਗੰਗਾ ਜੀ ਨਹੀਂ ਜਾਣਦੇ ਵੀ ਸਾਡੇ ਘਰ ਵਿੱਚ ਆਪ ਪਰਮੇਸ਼ਰ ਆਏ ਆ। ਮਾਲਿਆ ਚੰਡੂਰ ਹਨਿਓ ਬਾਲ ਸੋ। ਆ ਜਿਵੇਂ ਜਿਹੜਾ ਵਾ ਉਹ ਮੱਲ ਜਿਹੜਾ ਹੈ ਘੋਲੀਆ, ਉਹ ਚੰਡੂਰ ਨਾਮੇ ਜਿਹੜਾ ਪਹਿਲਵਾਨ ਸੀ ਨਾ ਉਹ ਨਾਸ਼ ਕੀਤਾ ਸੀ ਕ੍ਰਿਸ਼ਨ ਭਗਵਾਨ ਨੇ ਆਪਦੇ ਬਲ ਦੇ ਨਾਲ। ਮਗਨਾਥ ਮਗਾਂ ਜਿਹੜੀ ਪੁਰੀ ਦਾ ਮਾਲਕ ਜਿਹੜਾ ਜਰਾਸੰਧ ਸੀਗਾ, ਜਰਾਸੰਧ ਨੂੰ ਜਿਹੜਾ ਵੈ ਕ੍ਰਿਸ਼ਨ ਭਗਵਾਨ ਨੇ ਜਿਸ ਤਰ੍ਹਾਂ ਮਾਰਨਾ ਕੀਤਾ, ਉਹਦਾ ਤੇਜ ਪ੍ਰਤਾਪ ਨਾਸ਼ ਕੀਤਾ। ਜਾਏ ਸੁਅੰਬਰ ਭੂਪਤ ਕੇ ਗਨ। ਤੋ ਜਿਵੇਂ ਜਿਹੜਾ ਵੈ ਸੁਅੰਬਰ ਨਾਮੇ ਰਾਜੇ ਦੇ ਘਰ ਵਿੱਚ ਜਾ ਕਰਕੇ ਬੈਲ ਕੋ ਏਕ ਹੀ ਬਾਰ ਨਥਿਓ। ਗਣ ਬੈਲ ਕੋ ਬੇਅੰਤ ਬੈਲ ਬਲਦਾਂ ਨੂੰ ਇੱਕੋ ਹੀ ਵਾਰੀ ਨੱਥ ਮਾਰ ਦਿੱਤੀ ਸੀ ਜਿਵੇਂ ਕ੍ਰਿਸ਼ਨ ਭਗਵਾਨ ਨੇ, ਪਰ ਉਹਦੇ ਮਾਤਾ ਨਹੀਂ ਸੀ ਜਾਣਦੇ। ਇਸ ਤਰ੍ਹਾਂ ਧੰਨ ਮਾਤਾ ਗੰਗਾ ਜੀ ਨਹੀਂ ਜਾਣਦੇ, ਸਧਾਰਨ ਆਮ ਪੁੱਤਰ ਵਾਂਗੂ ਹੀ ਸਭ ਵਾਂਗੂ ਜਾਣਦੇ ਆ। ਸ਼੍ਰੀ ਹਰਗੋਬਿੰਦ ਨੰਦਨ ਕੀ ਮਹਿਮਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੁੱਤਰ ਦੀ ਜਿਹੜੀ ਮਹਿਮਾ ਹੈ ਕਬ ਹੂੰ ਚਿਤ ਜਾਣਤ ਹੈ। ਤੇ ਕਦੇ ਕਦੇ ਮਾਤਾ ਗੰਗਾ ਜੀ ਚਿੱਤ ਵਿੱਚ ਜਾਣ ਲੈਂਦੇ। ਸਤਿਗੁਰਾਂ ਦੀ ਜਿਹੜੀ ਮਹਿਮਾ ਨਾ ਬੇਅੰਤ, ਕਦੇ ਕਦੇ ਮਾਤਾ ਗੰਗਾ ਜੀ ਜਾਣ ਵੀ ਲੈਂਦੇ ਆ ਵੀ ਨਹੀਂ ਸਾਡੇ ਪੁੱਤਰ ਸੁਧਾਰ ਨਹੀਂ, ਸੱਪ ਗੂਠੇ ਦੀ ਫੇਰ ਨਾਲ ਮਾਰ ਦੇਣਾ, ਤੋ 40 ਦਿਨਾਂ ਦੀ 42 ਦਿਨਾਂ ਦੀ ਉਮਰ ਵਿੱਚ ਪਾਪਣ ਦਾਈ ਦਾ ਵਧ ਕਰ ਦੇਣਾ। ਕਦੇ ਜਾਣ ਲੈਂਦੇ ਆ ਵੀ ਨਹੀਂ ਸਾਡੇ ਸਾਹਿਬਜ਼ਾਦੇ ਕੋ ਸੁਧਾਰ ਨਹੀਂ ਹਨ, ਇਹ ਜ਼ਰੂਰ ਕੌਤਕੀ ਤੇ ਕਰਾਮਾਤੀ ਹਨ। ਸ਼੍ਰੀ ਗੁਰ ਪੂਰਨ ਕੇ ਰਸ ਭੂਤ। ਤੇ ਜਾਣਦੇ ਆ ਵੀ ਹੁਣ ਵੀ ਕਿਉਂ ਨਾ, ਕਿਉਂਕਿ ਪੂਰੇ ਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਿਬਜ਼ਾਦੇ ਜੂ ਹੋਏ। ਪਇਓ ਅਵਤਾਰ ਹੀ ਮਾਨਤ ਹੈ। ਤੇ ਕਈ ਵਾਰੀ ਮੰਨ ਲੈਂਦੇ ਮਾਤਾ ਜੀ ਵੀ ਨਹੀਂ ਇਹ ਤਾਂ ਸਾਡੇ ਘਰੇ ਵਾਕਿਆ ਹੀ ਪਰਮੇਸ਼ਰ ਨੇ ਅਵਤਾਰ ਧਾਰਿਆ ਹੈ। ਹੀਨ ਕਰੇ ਬਿਘਨਾ ਸਭੇ ਹੂੰ। ਤੇ ਸਾਰੇ ਬਿਘਨਾਂ ਨੂੰ ਨਾਸ਼ ਕਰਨ ਵਾਲੇ ਹਨ। ਅਤੇ ਵਾਨ ਸ਼ਕਤੀ ਅਤੇ ਵਾਨ ਪਛਾਨਤ ਹੈ। ਹਾਂ ਮਾਤਾ ਜੀ ਕਈ ਵਾਰੀ ਬੜੀ ਸ਼ਕਤੀ ਵਾਲਾ ਬੜੇ ਬਲ ਵਾਲਾ ਹਰਗੋਬਿੰਦ ਸਾਹਿਬ ਨੂੰ ਜਾਣਦੇ ਆ। ਪੰਨਗ ਭੀਖਣ ਮਾਰ ਦਿਓ। ਹਾਂ ਸਾਡੇ ਸਾਹਿਬਜ਼ਾਦੇ ਨੇ ਕਿੰਨਾ ਭਿਆਨਕ ਸੱਪ ਮਾਰ ਮੁਕਾਇਆ ਛਿਣ ਦੇ ਵਿੱਚ। ਹਤ ਧਾਏ ਮਹਾਬਲ ਠਾਨਤ ਹੈ। ਤੇ ਧਾਏ ਕਹੀਏ ਦਾਈ ਦੀ ਹੱਤਿਆ ਕੀਤੀ ਮਹਾਨ ਬਲ ਦੇ ਨਾਲ, ਮਹਾਨ ਬਲ ਦੇ ਧਾਰਨ ਵਾਲੇ ਆ। ਮਾਤ ਕਰੈ ਨਿਸਚੈ ਆਸ ਕੋ। ਇਸ ਤਰ੍ਹਾਂ ਮਾਤਾ ਗੰਗਾ ਜੀ ਕਈ ਵਾਰ ਨਿਹਚਾ ਕਰ ਲੈਂਦੇ ਆ ਹਰਗੋਬਿੰਦ ਸਾਹਿਬ ਤੇ ਵੀ ਇਹ ਤਾਂ ਪਰਮੇਸ਼ਰ ਸਰੂਪ ਹਨ। ਜਬ ਸ਼੍ਰੀ ਹਰਗੋਬਿੰਦ ਜਾਣ ਦੇ। ਤੇ ਜਦੋਂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਾਣ ਲੈਂਦੇ ਆ ਗੱਲ ਵੀ ਮਾਤਾ ਗੰਗਾ ਜੀ ਸਾਡੇ ਬਾਬਤ ਸ਼ਰਧਾ ਰੱਖਣ ਲੱਗ ਗਏ ਆ, ਸਾਨੂੰ ਪੂਜਣਾ ਚਾਹੁੰਦੇ ਆ। ਮੋਹ ਉਪਾਵਤ ਹੈ ਤਿਸ ਕੇ। ਤੇ ਉਸ ਸਮੇਂ ਮੋਹ ਦੀ ਜਾਲ ਜਿਹਾ ਪਾ ਦਿੰਦੇ ਆ ਵੀ ਜਿਵੇਂ ਇੱਕ ਬੱਚਾ ਆਪਦੀ ਮਾਂ ਨੂੰ ਮੋਹ ਦਾ ਜਾਲ ਪਾ ਕੇ ਪ੍ਰੇਰ ਲੈਂਦਾ ਨਾ, ਸਭ ਭੁਲਾ ਦਿੰਦਾ। ਜਦੋਂ ਮਾਤਾ ਗੰਗਾ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪਰਮੇਸ਼ਰ ਜਾਣਨ ਲੱਗ ਪੈਂਦੇ ਆ ਤੇ ਆਪ ਹੀ ਸੱਚੇ ਪਾਤਸ਼ਾਹ ਜੀ
ਆਪਦੀ ਮਾਤਾ ਦੇ ਉੱਪਰ ਮੋਹ ਦਾ ਜਾਲ ਪਾ ਕੇ ਤੇ ਸਾਰਾ ਕੁਝ ਭੁਲਾ ਦਿੰਦੇ ਆ। ਕਰ ਬਾਲਕ ਰੀਤ ਅਨੇਕ ਤੇ ਤਦੇ। ਹੋਰ ਪਾਸੇ ਮਾਤਾ ਦਾ ਧਿਆਨ ਲਾ ਦਿੰਦੇ ਆ ਤੇ ਬਾਲਕਾਂ ਵਾਲੀ ਕਿਰਿਆ ਜੀ ਕਰਨ ਲੱਗ ਪੈਂਦੇ, ਹੱਸਣ ਲੱਗ ਪੈਂਦੇ ਆ, ਕਦੇ ਖੇਡਣ ਲੱਗ ਪੈਂਦੇ, ਕਦੇ ਰੋਣ ਲੱਗ ਜਾਂਦੇ ਆ। ਹੋਏ ਸ਼ੁਧਾਤੁਰ ਜਾਚਤ ਭੋਜਨ। ਜਿਵੇਂ ਕੋਈ ਭੁੱਖਾ ਹੁੰਦਾ ਭੋਜਨ ਮੰਗਦਾ ਹੈ, ਕਦੇ ਮਾਤਾ ਤੋਂ ਭੋਜਨ ਹੱਥ ਅੱਡ ਕੇ ਮੰਗਣ ਲੱਗ ਜਾਂਦੇ ਆ। ਧੂਰ ਲਗਾਵਤ ਧਾਏ ਕਦੇ। ਕਦੇ ਥੱਲੇ ਲੇਟਣ ਲੱਗ ਜਾਂਦੇ ਆ, ਕਦੇ ਦੌੜਨ ਲੱਗ ਜਾਂਦੇ ਵਿਹੜੇ ਵਿੱਚ। ਗੋਦ ਤੇ ਜਾਤ ਪ੍ਰਮੋਦ ਭਰੇ। ਤੇ ਕਈ ਵਾਰੀ ਗੋਦ ਤੋਂ ਉਤਰ ਕੇ ਜਿਹੜਾ ਵਾ ਉਤਰ ਕੇ ਤੇ ਆਨੰਦ ਦੇ ਸਹਿਤ ਹੋ ਜਾਂਦੇ ਹਨ। ਕਦੇ ਦੌੜ ਜਾਂਦੇ ਆ, ਕਦੇ ਲੇਟਦੇ ਆ, ਕਦੇ ਕੂਕਦੇ ਚੀਕਦੇ ਹਨ। ਚਾਹੋਂ ਕੋਦ ਫਿਰੈ ਰੋਦੇ ਅੰਤ ਜੀ ਦੇ। ਹਾਂ, ਕਈ ਵਾਰੀ ਰੋਣ ਲੱਗ ਪੈਂਦੇ ਆ, ਕਈ ਵਾਰੀ ਜਿੱਦ ਕਰਨ ਲੱਗ ਪੈਂਦੇ ਆ, ਕਦੀ ਕੁੱਦਦੇ ਛਾਲਾ ਮਾਰਦੇ ਆ। ਬਾਲਕ ਕੀ ਸਾਮ ਚੰਚਲਤਾ। ਤੇ ਜਿਹੜੇ ਆਮ ਬਾਲਕ ਹੁੰਦੇ ਨਾ, ਸਧਾਰਨ ਆਮ ਬੱਚੇ ਸਭ ਦੇ ਇਸ ਤਰ੍ਹਾਂ ਕਰਦੇ ਆ ਨਾ, ਜਦੋਂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅਵਲੋਕਤ ਗੰਗ ਸਪੂਤ ਹੀ ਜਾਣਤ। ਤੇ ਧੰਨ ਮਾਤਾ ਗੰਗਾ ਜੀ ਵੇਖ ਕੇ ਫਿਰ ਕਹਿੰਦੇ ਨਹੀਂ ਨਹੀਂ, ਇਹ ਅਵਤਾਰ ਕਿੱਥੇ ਹੋਣੇ ਆ ਸਾਡੇ ਘਰ ਵਿੱਚ। ਆਮ ਸਧਾਰਨ ਜਿਵੇਂ ਬਾਲਕ ਦੂਜਿਆਂ ਮਾਈਆਂ ਦੇ, ਮੇਰੇ ਘਰ ਵਿੱਚ ਵੀ ਇਸ ਤਰ੍ਹਾਂ ਹੀ ਪੁੱਤਰ ਨੇ ਜਨਮ ਲਿਆ ਹੈ। ਉਹ ਮਾਤਾ ਗੰਗਾ ਜੀ ਫਿਰ ਆਪਦੇ ਸਾਹਿਬਜ਼ਾਦੇ ਨੂੰ ਸਧਾਰਨ ਪੁੱਤਰ ਆਮ ਵਾਂਗੂ ਹੀ ਸਧਾਰਨ ਹੀ ਜਾਣਨ ਲੱਗ ਜਾਂਦੇ ਆ। ਪਾਲਤ ਹੈ ਨਿਤ ਲਾਲਤ ਹੈ। ਤੇ ਉਹ ਪਾਲਦੇ ਮਾਤਾ ਗੰਗਾ ਜੀ ਸਧਾਰਨ ਸਰੂਪ ਬਾਲਕ ਦਾ ਜਾਣ ਕੇ ਲਾਡ ਲੜਾਉਂਦੇ ਆ। ਹਿਤ ਕਾਲਤ ਹੈ ਮਨ ਕੋ ਪ੍ਰਿਯ ਮਾਨਤ। ਤੇ ਮਨ ਵਿੱਚ ਪਿਆਰਾ ਮੰਨ ਕੇ ਤੇ ਬੜੀ ਘਾਲਣਾ ਘਾਲਦੇ ਆ, ਬੜਾ ਸ਼ਿੱਦਤ ਦੇ ਨਾਲ ਪਾਲਦੇ ਪੋਸਦੇ ਹਨ। ਕੇਤਿਕ ਦਇਓ ਸਭ ਬਤੀਤ ਪਏ। ਉਹ ਕਵੀ ਜੀ ਕਹਿੰਦੇ ਜਦੋਂ ਕੁਝ ਕੁ ਦਿਨ ਮਹੀਨੇ ਬਤੀਤ ਹੋਏ ਹਨ। ਸੁਖ ਸਾਥ ਤਬੈ ਪਗ ਮੈਂ ਠਬਲ ਠਾਨਤ। ਤੇ ਉਹ ਅੱਗੇ ਤਾਂ ਧੀਰੇ ਧੀਰੇ ਤੁਰਦੇ ਆ ਤੇ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਕੁਝ ਕੁ ਦਿਨ ਪਏ, 2 ਸਾਲ ਤੋਂ ਬਾਅਦ, ਕੁਝ ਮਹੀਨਿਆਂ ਬਾਅਦ ਆਪਣੇ ਚਰਨਾਂ ਵਿੱਚ ਕਾਫੀ ਬਲ ਰੱਖਣ ਲੱਗ ਪਏ ਆ, ਤਾਕਤ ਰੱਖਣ ਲੱਗੇ ਹਨ। ਹੋਤ ਖਰੇ ਗਨ ਪੁੰਜ ਖਰੇ। ਹਾਂ, ਖੜੇ ਹੋ ਜਾਂਦੇ ਆ, ਭਾਵ ਖੜਦੇ ਪਹਿਲਾਂ ਵੀ ਆ, ਪਰ ਜਿਵੇਂ ਆਮ ਬੱਚਾ ਡੋਲੇ ਖਾਂਦਾ ਨਾ, ਉਵੇਂ ਨਹੀਂ। ਜਿਵੇਂ ਕੋਈ ਤਗੜਾ ਸਿਆਣਾ ਬੰਦਾ ਖੜਾ ਹੁੰਦਾ, ਇਸ ਤਰ੍ਹਾਂ ਬਿਲਕੁਲ ਸਿੱਧੇ 2 ਵਰਿਆਂ ਦੀ ਉਮਰ ਵਿੱਚ ਹੀ ਖੜਨ ਲੱਗ ਪਏ ਹਨ। ਜਿਨ ਦਾਸ ਤਰੇ ਸਤ ਨਾਮ ਬਖਾਨਤ। ਹਾਂ, ਜਿਨ੍ਹਾਂ ਨੇ ਦਾਸ ਤਾਰ ਦਿੱਤੇ ਐ ਤੋ ਸਤਨਾਮ ਵਾਹਿਗੁਰੂ ਦਾ ਜਿਵੇਂ ਬਚਨ ਕਰਦੇ ਆ ਨਾ, ਉਹ ਦਾਸ ਤਰਦੇ ਆ। ਇਸ ਤਰ੍ਹਾਂ ਦੇ ਇਹਨਾਂ ਦੇ ਦਰਸ਼ਨ ਕਰ ਕਰਕੇ ਤਾਰ ਦਿੱਤੇ ਪਰਮੇਸ਼ਰ ਜਿਸ ਨੇ। ਸ਼੍ਰੀ ਚਰਣਾ ਬੁਝ ਤੇ ਚੱਲ ਬੇ। ਉਹ ਇਸ ਤਰ੍ਹਾਂ ਆਪਣੇ ਚਰਨ ਕਮਲਾਂ ਤੇ ਬਲ ਰੱਖ ਕੇ ਹੁਣ ਦੌੜਨ ਲੱਗ ਪਏ। ਤੇ ਹਰਗੋਬਿੰਦ ਸਾਹਿਬ ਮਹਾਰਾਜ ਖਾਲਸਾ ਜੀ 2 ਵਰਿਆਂ ਦੀ ਉਮਰ ਵਿੱਚ ਇਸ ਤਰ੍ਹਾਂ ਖੜਦੇ ਹੁੰਦੇ ਸੀ। ਆਮ ਬਾਲਕ ਤਾਂ ਜਿਵੇਂ ਡੋਲੇ ਖਾਂਦੇ ਆ ਨਾ, ਇਹ ਇਸ ਤਰ੍ਹਾਂ ਬਿਲਕੁਲ ਖੜ ਜਾਂਦੇ ਸੀ, ਜਿਵੇਂ ਬਿਲਕੁਲ ਪੂਰਾ ਸਿਆਣਾ ਮਨੁੱਖ, ਕੋਈ 22-23 ਵਰਿਆਂ ਦਾ, ਪੂਰਾ ਅਡੋਲ ਹੋ ਕਰਕੇ ਤੇ ਐਨ ਢਾਕਾਂ ਤੇ ਹੱਥ ਰੱਖ ਕੇ ਖੜ ਜਾਂਦਾ ਹੈ। ਇੰਨੀ ਉਮਰਾਂ ਵਿੱਚ ਹਜ਼ੂਰ ਐ ਜਿਹੜੇ ਵੇ ਕੌਤਕ ਕਰਨੇ ਆਰੰਭ ਕਰ ਗਏ ਸਨ। ਅੱਗੇ ਅੱਗੇ ਜਿਵੇਂ ਜਿਵੇਂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਕੌਤਕਾਂ ਦਾ ਉਹ ਪ੍ਰਸੰਗ ਆਵੇਗਾ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਰਾਤਰੀ ਸਮੇਂ ਦੇਵਤਿਆਂ ਦਾ ਆਉਣਾ ਤੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨ ਪਰਸਨੇ ਦੇਵੀ ਦੇਵਤਿਆਂ ਆ ਕੇ ਉਹ ਸਾਰਾ ਅੱਗੇ ਪ੍ਰਸੰਗ ਆਵੇਗਾ। ਜਿਵੇਂ ਆਉਂਦਾ ਆਪਾਂ ਨਿਤਾ ਪ੍ਰਤੀ ਸੁਣੀਏ ਜੀ। ਸਮਾਂ ਹੋਇਆ ਇੱਥੇ ਸਮਾਪਤੀ ਹੈ। ਹੋਈਆਂ ਭੁੱਲਾਂ ਦੀ ਖਿਮਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਕੇਤਿਕ ਦਇਓ ਸਭ ਤੀਤ ਪਏ। ਸੁਖ ਸਾਥ ਤਬੈ ਪਗ ਮੈਂ ਬਲ ਠਾਨਤ। ਹੋਤ ਖਰੇ ਗੁਣ ਪੁੰਜ ਖਰੇ। ਜਿਨ ਦਾਸ ਤਰੇ ਸਤ ਨਾਮ ਬਖਾਨਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।